ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਆਪਾਂ ਗੱਲ ਕਰਾਂਗੇ ਖਤਰੇ ਦੇ ਉੱਤੇ ਦੂਸਰੇ ਸਿਗਨਲ ਉੱਪਰ। ਇਸ ਸਿਗਨਲ ਨੂੰ ਕਿਹਾ ਜਾਂਦਾ ਆ ਸੀਨਿਆਲੇ ਦੀ 200। 200 ਦਾ ਮਤਲਬ ਹੁੰਦਾ ਜੰਪ। ਓਕੇ, ਸਿਗਨਲ ਦੇ ਵਿੱਚ ਆਪਾਂ ਗੱਲ ਕਰਾਂਗੇ ਜੰਪ ਦੇ ਵਿੱਚ ਆਪਾਂ ਨੂੰ ਕਿੰਨਾ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਆ ਕਿ ਜਦ ਆਪਾਂ ਨੂੰ ਜੋ ਸਿਗਨਲ ਸਕਰੀਨ ਤੇ ਦਿਖਾਇਆ ਜਾ ਰਿਹਾ, ਅਗਰ ਆਪਾਂ ਨੂੰ ਰੋਡ ਤੇ ਲਗਾਇਆ ਮਿਲੇ ਤੇ ਆਪਾਂ ਨੂੰ ਕਿੰਨਾ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਆ। ਇਹ ਜੋ ਸਿਗਨਲ ਦਿਖਾਇਆ ਜਾ ਰਿਹਾ ਇਹ ਆਪਾਂ ਨੂੰ ਦੱਸ ਰਿਹਾ ਜੰਪ ਬਾਰੇ, ਜੋ ਖਤਰੇ ਤੋਂ 150 ਮੀਟਰ ਪਹਿਲਾਂ ਲਗਾਇਆ ਜਾਂਦਾ ਆ। ਇਹ ਸਿਗਨਲ ਅਗਰ ਰੋਡ ਤੇ ਲਗਾਇਆ ਜਾਵੇ ਤੇ ਕਹਿਣ ਦਾ ਮਤਲਬ ਆ ਕਿ 150 ਮੀਟਰ ਬਾਅਦ ਆਪਾਂ ਨੂੰ ਇੱਕ ਜੰਪ ਪਾਇਆ ਜਾ ਰਿਹਾ ਆ। ਜੰਪ ਦੇ ਵਿੱਚ ਆਪਾਂ ਨੂੰ ਜਿੱਦਾਂ ਕਿ ਪਹਿਲਾਂ ਵੀ ਕਿਹਾ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ। ਸੋ ਉਹਦੇ ਉੱਤੇ ਆਪਾਂ ਹੁਣ ਗੱਲ ਕਰਦੇ ਹਾਂ। ਓਕੇ, ਜੰਪ ਆਪਾਂ ਉਸ ਚੀਜ਼ ਨੂੰ ਕਹਿੰਦੇ ਆ ਜਿੱਥੇ ਸੜਕ ਤੇ ਪਹਿਲਾਂ ਚੜਾਈ ਹੋਵੇ ਤੇ ਫਿਰ ਉਸ ਦੀ ਉਤਰਾਈ ਹੋਵੇ। ਜੰਪ 'ਚ ਆਪਾਂ ਨੂੰ ਪਹਿਲਾਂ ਮਿਲਦੀ ਆ ਸਲੀਤਾ ਜਿਹਨੂੰ ਕਹਿੰਦੇ ਆ ਚੜਾਈ, ਫਿਰ ਮਿਲਦੀ ਆ ਦੀ ਸ਼ੇਜ਼ਾ ਹੁੰਦਾ ਉਤਰਾਈ। ਜਿੱਦਾਂ ਕਿ ਤੁਹਾਨੂੰ ਸਕਰੀਨ ਤੇ ਦਿਖਾਇਆ ਜਾ ਰਿਹਾ ਉਹਨੂੰ ਆਪਾਂ ਕਹਿੰਦੇ ਆ 200 ਜੰਪ, ਜਿਹਦੇ 'ਚ ਪਹਿਲਾਂ ਚੜਾਈ ਹੁੰਦੀ ਆ ਤੇ ਫਿਰ ਉਤਰਾਈ ਹੁੰਦੀ ਆ। ਓਕੇ, ਜਦੋਂ ਆਪਾਂ ਨੂੰ ਜੰਪ ਮਿਲਦਾ ਹੈ ਤੇ ਆਪਾਂ ਨੂੰ ਸਪੀਡ ਘੱਟ ਰੱਖਣੀ ਜ਼ਰੂਰੀ ਆ, ਕਿਉਂਕਿ ਜੰਪ ਦੇ ਅੰਦਰ ਆਪਣੀ ਜੋ ਦੇਖਣ ਸ਼ਕਤੀ ਹੁੰਦੀ ਆ ਉਹ ਘੱਟ ਹੁੰਦੀ ਆ। ਕਿਉਂਕਿ ਜੰਪ ਦੀ ਚੜਾਈ ਤੇ ਉਤਰਾਈ ਹੋਣ ਕਰਕੇ ਜੋ ਸਾਹਮਣੇ ਤੋਂ ਆ ਰਿਹਾ ਹੁੰਦਾ ਆ, ਆਪੋਜ਼ਿਟ ਸਾਈਡ ਤੋਂ ਜੋ ਵਹੀਕਲ ਆ ਰਿਹਾ ਹੁੰਦਾ ਉਹ ਆਪਾਂ ਨੂੰ ਨਹੀਂ ਦਿਖਾਈ ਦਿੰਦਾ ਜੰਪ ਦੀ ਚੜਾਈ ਤੇ ਉਤਰਾਈ ਹੋਣ ਕਰਕੇ। ਸੋ ਆਪਣੀ ਦੇਖਣ ਸ਼ਕਤੀ ਘੱਟ ਹੋ ਜਾਂਦੀ ਆ। ਸੋ ਇਸ ਕਰਕੇ ਆਪਾਂ ਨੂੰ ਘੱਟ ਸਪੀਡ ਦੇ ਨਾਲ ਚੱਲਣਾ ਜ਼ਰੂਰੀ ਆ। ਜੰਪ ਦੇ ਅੰਦਰ ਆਪਾਂ ਨੂੰ 4 ਚੀਜ਼ਾਂ ਦੀ ਪੱਕੀ ਮਨਾਹੀ ਆ। ਸੋ ਸਾਈਡ ਤੇ ਜਿੱਦਾਂ ਤੁਹਾਨੂੰ ਸਕਰੀਨ ਤੇ ਦਿਖਾਇਆ ਜਾਏਗਾ ਹੁਣ ਕਿ ਉਹ ਕਿਹੜੀਆਂ 4 ਮਨਾਹੀਆਂ ਨੇ ਜੋ ਜੰਪ ਦੇ ਅੰਦਰ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਜੋ ਮਨਾਹੀ ਆ ਉਹ ਆ ਫਿਰਮਾਤਾ। ਫਿਰਮਾਤਾ ਆਪਾਂ ਕਹਿੰਦੇ ਆ ਗੱਡੀ ਨੂੰ ਰੋਕਣਾ। ਜਦੋਂ ਡਰਾਈਵਰ ਆਪਣੀ ਸੀਟ ਤੇ ਮੌਜੂਦ ਹੋਵੇ ਤੇ ਗੱਡੀ ਨੂੰ ਸਿਰ ਰੋਕਿਆ ਹੋਵੇ ਤੇ ਉਹਨੂੰ ਕਿਹਾ ਜਾਂਦਾ ਫਿਰਮਾਤਾ, ਗੱਡੀ ਨੂੰ ਰੋਕਣਾ। ਕਿਸੇ ਨੂੰ ਉਤਾਰਨ ਲਈ, ਕਿਸੇ ਨੂੰ ਚੜਾਉਣ ਲਈ ਜਦ ਆਪਾਂ ਗੱਡੀ ਰੋਕਦੇ ਆ ਉਹਨੂੰ ਕਹਿੰਦੇ ਨੇ ਫਿਰਮਾਤਾ। ਸੋ ਜੰਪ ਦੇ ਅੰਦਰ ਜੰਪ ਦੀ ਚੜਾਈ ਤੇ ਜੰਪ ਦੀ ਉਤਰਾਈ ਤੇ ਦੋਨੋਂ ਸਾਈਡਾਂ ਤੇ ਆਪਾਂ ਨੂੰ ਫਿਰਮਾਤਾ ਕਰਨ ਦੀ ਮਨਾਹੀ ਆ। ਦੂਸਰਾ, ਜੰਪ ਦੇ ਅੰਦਰ ਆਪਾਂ ਨੂੰ ਸੋਸਤਾ ਕਿਹਾ ਜਾਂਦਾ ਪਾਰਕਿੰਗ। ਗੱਡੀ ਨੂੰ ਖਿਲਾਰ ਕੇ ਚਲੇ ਜਾਣਾ ਉਸ ਨੂੰ ਕਿਹਾ ਜਾਂਦਾ ਆ ਗੱਡੀ ਪਾਰਕਿੰਗ ਕਰ ਦੇਣਾ। ਸੋ ਉਹਨੂੰ ਕਵਾਂਗੇ ਆਪਾਂ ਸੋਸਤਾ। ਜੰਪ ਦੇ ਅੰਦਰ ਆਪਾਂ ਸੋਸਤਾ ਵੀ ਨਹੀਂ ਕਰ ਸਕਦੇ। ਤੀਜੀ ਜੋ ਮਨਾਹੀ ਆ ਉਹਨੂੰ ਆਪਾਂ ਕਵਾਂਗੇ ਯੂ ਟਰਨ, ਜਿਸ ਨੂੰ ਕਿਹਾ ਜਾਂਦਾ ਇਨਵਰਸੀਓਨੇ ਦੀ ਮਾਰਚਾ, ਜਿੱਦਾਂ ਕਿ ਸਕਰੀਨ 'ਚ ਦਿਖਾਇਆ ਜਾ ਰਿਹਾ ਆ। ਜੰਪ ਦੇ ਅੰਦਰ ਆਪਾਂ ਨੂੰ ਜੰਪ ਦੀ ਚੜਾਈ ਤੇ ਵੀ ਯੂ ਟਰਨ ਦੀ ਮਨਾਹੀ ਆ ਤੇ ਜੰਪ ਦੀ ਉਤਰਾਈ ਤੇ ਵੀ ਯੂ ਟਰਨ ਦੀ ਮਨਾਹੀ ਆ, ਜਿੱਦਾਂ ਕਿ ਸਕਰੀਨ 'ਚ ਦਿਖਾਇਆ ਜਾ ਰਿਹਾ ਆ। ਪਲੱਸ ਜੋ ਚੌਥੀ ਮਨਾਹੀ ਆ ਉਸ ਨੂੰ ਆਪਾਂ ਕਵਾਂਗੇ ਰੇਤਰੋ ਮਾਰਚਾ। ਰੇਤਰੋ ਮਾਰਚਾ ਹੁੰਦਾ ਰਿਵਰਸ ਗੇਅਰ, ਗੱਡੀ ਨੂੰ ਬੈਕ ਕਰਨਾ। ਸੋ ਜੰਪ ਦੇ ਅੰਦਰ ਆਪਾਂ ਗੱਡੀ ਬੈਕ ਵੀ ਨਹੀਂ ਕਰ ਸਕਦੇ, ਨਾ ਹੀ ਚੜਾਈ ਤੇ ਨਾ ਹੀ ਉਤਰਾਈ ਤੇ। ਓਕੇ, ਚਾਰੋਂ ਚੀਜ਼ਾਂ ਦੀ ਜੰਪ ਦੇ ਅੰਦਰ ਮਨਾਹੀ ਇਸ ਕਰਕੇ ਲਗਾਈ ਗਈ ਹੈ ਕਿਉਂਕਿ ਜੰਪ ਦੇ ਅੰਦਰ ਜੋ ਆਪਣੀ ਦੇਖਣ ਸ਼ਕਤੀ ਆ ਉਹ ਘੱਟ ਹੁੰਦੀ ਆ। ਸੋ ਇਸ ਕਰਕੇ ਅਗਰ ਆਪਾਂ ਜੰਪ ਦੇ ਅੰਦਰ ਸੋਸਤਾ ਕਰਦੇ ਆ, ਫਿਰਮਾਤਾ ਕਰਦੇ ਆ ਜਾਂ ਯੂ ਟਰਨ ਕਰਦੇ ਆ ਜਾਂ ਫਿਰ ਗੱਡੀ ਅਗਰ ਆਪਾਂ ਬੈਕ ਕਰਦੇ ਆ, ਜੋ ਪਿੱਛੋਂ ਆ ਰਿਹਾ ਆ ਜਾਂ ਜੋ ਅੱਗੂ ਆ ਰਿਹਾ ਉਹਨੂੰ ਆਪਾਂ ਨਹੀਂ ਦਿਖਾਈ ਦੇਵਾਂਗੇ। ਸੋ ਅਗਰ ਆਪਾਂ ਯੂ ਟਰਨ ਕਰਾਂਗੇ ਜਾਂ ਫਿਰਮਾਤਾ ਕਰਾਂਗੇ ਜਾਂ ਸੋਸਤਾ ਕਰਾਂਗੇ ਤੇ ਆਪਾਂ ਦਾ ਐਕਸੀਡੈਂਟ ਹੋਣ ਦਾ ਜ਼ਿਆਦਾ ਖਤਰਾ ਆ, ਕਿਉਂਕਿ ਜੰਪ ਦੇ ਅੰਦਰ ਦੇਖਣ ਸ਼ਕਤੀ ਘੱਟ ਹੁੰਦੀ ਆ। ਜੰਪ ਦਾ ਮੇਨ ਖਤਰਾ ਹੀ ਇਹੀ ਆ ਕਿ ਦੇਖਣ ਸ਼ਕਤੀ ਘੱਟ ਹੋਣ ਕਰਕੇ ਇਹ 4 ਚੀਜ਼ਾਂ ਦੀ ਪੱਕੀ ਮਨਾਹੀ ਆ ਜੋ ਤੁਹਾਨੂੰ ਪਹਿਲਾਂ ਦੱਸੀਆਂ ਨੇ। ਕਿਉਂਕਿ ਅਗਰ ਆਪਾਂ ਉਹਨਾਂ 'ਚ ਕੋਈ ਵੀ ਇੱਕ ਕੰਮ ਕਰਦੇ ਆ, ਸੋਸਤਾ ਕਰ ਦਿੰਦੇ ਹੋ, ਤੁਹਾਡੇ ਤੋਂ ਪਿੱਛੇ ਜੋ ਆ ਰਿਹਾ ਆ ਉਹਨੂੰ ਨਹੀਂ ਪਤਾ ਹੋਣਾ ਕਿ ਜੰਪ ਦੇ ਅੰਦਰ ਕੋਈ ਸੋਸਤਾ ਕਰਕੇ ਖੜਿਆ ਆ ਜਾਂ ਨਹੀਂ। ਕਿਉਂਕਿ ਜੰਪ ਦੇ ਅੰਦਰ ਜਿੱਦਾਂ ਜਿੱਦਾਂ ਆਪਾਂ ਅੱਗੇ ਵੱਧਦੇ ਆ ਉੱਦਾਂ ਹੀ ਦਿਖਾਈ ਦਿੰਦਾ ਆ। ਸੋ ਇਸ ਕਰਕੇ ਆਪਾਂ ਨੂੰ ਜੰਪ ਦੇ ਅੰਦਰ ਇਹ ਚਾਰੋਂ ਚੀਜ਼ਾਂ ਕਰਨ ਦੀ ਮਨਾਹੀ ਆ।
एग्जाम्पल तौर ते अगर तुसीं जो सीधी सड़क लगा लो, अगर सड़क सीधी है तो ਆਪਾਂ ਨੂੰ ਪਤਾ ਲੱਗ ਜਾਂਦਾ ਆ ਕਿ ਸਾਹਮਣੇ ਕੌਣ ਆ, ਕੌਣ ਖੜਿਆ ਹੋਇਆ ਹੈ। ਸੋ ਜੰਪ ਦੀ ਉਤਰਾਈ ਚੜਾਈ ਹੋਣ ਕਰਕੇ ਆਪਾਂ ਨੂੰ ਜੰਪ 'ਚ ਸਹੀ ਦਿਖਾਈ ਨਹੀਂ ਦਿੰਦਾ, ਕਿਉਂਕਿ ਦੇਖਣ ਸ਼ਕਤੀ ਘੱਟ ਹੁੰਦੀ ਹੈ। ਇਸ ਕਰਕੇ ਉਹ ਚਾਰੋਂ ਚੀਜ਼ਾਂ ਦੀ ਮਨਾਹੀ ਆ। ਤੇ ਪਲੱਸ ਰੋਡ ਦੋ ਤਰੀਕਿਆਂ ਦੇ ਹੁੰਦੇ ਆ, ਵਨ ਵੇ ਰੋਡ, ਟੂ ਵੇ ਰੋਡ। ਵਨ ਵੇ ਰੋਡ ਨੂੰ ਕਹਿੰਦੇ ਆਪਾਂ ਸੈਂਸੋ ਊਨਿਕੋ, ਇੱਕ ਤਰਫਾ ਰੋਡ, ਕਿ ਜਿੱਥੇ ਸਿਰਫ ਗੱਡੀਆਂ ਜਾ ਰਹੀਆਂ ਹੁੰਦੀਆਂ ਪਰ ਸਾਹਮਣੇ ਤੋਂ ਕੋਈ ਨਾ ਆਵੇ, ਉਹਨੂੰ ਕਹਿੰਦੇ ਆਪਾਂ ਸੈਂਸੋ ਊਨਿਕੋ, ਇੱਕ ਤਰਫਾ ਰੋਡ। ਤੇ ਦੂਸਰੀ ਜੋ ਰੋਡ ਦੀ ਆਵਾਜਾਈ ਹੁੰਦੀ ਉਹਨੂੰ ਆਪਾਂ ਕਹਿੰਦੇ ਆ ਟੂ ਵੇ ਰੋਡ, ਦੋਪਿਓ ਸੈਂਸੋ, ਕਿ ਜਿਸ ਸੜਕ ਤੇ ਗੱਡੀਆਂ ਜਾ ਵੀ ਰਹੀਆਂ ਤੇ ਸਾਹਮਣੇ ਤੋਂ ਆ ਵੀ ਰਹੀਆਂ ਹੁੰਦੀਆਂ, ਉਹਨੂੰ ਕਹਿੰਦੇ ਆਪਾਂ ਦੋਪਿਓ ਸੈਂਸੋ। ਚਾਹੇ ਰੋਡ ਵਨ ਵੇ ਹੋਵੇ, ਚਾਹੇ ਰੋਡ ਟੂ ਵੇ ਹੋਵੇ, ਪਰ ਆਪਾਂ ਨੂੰ ਇਹ ਜੋ ਚਾਰ ਮਨਾਹੀਆਂ ਦਸੀਆਂ ਆਪਾਂ ਉਹ ਜੰਪ ਦੇ ਅੰਦਰ ਨਹੀਂ ਕਰ ਸਕਦੇ। ਕਹਿਣ ਦਾ ਮਤਲਬ ਕਿ ਉਹ ਚਾਰੋਂ ਮਨਾਹੀਆਂ ਆਪਾਂ ਨੂੰ ਜੰਪ ਦੇ ਅੰਦਰ ਲਾਗੂ ਨੇ। ਸੋਸਤਾ ਵੀ ਨਹੀਂ ਕਰ ਸਕਦੇ, ਫਿਰਮਾਤਾ ਵੀ ਨਹੀਂ, ਯੂਟਰਨ ਵੀ ਨਹੀਂ, ਤੇ ਗੱਡੀ ਬੈਕ ਵੀ ਆਪਾਂ ਨਹੀਂ ਕਰ ਸਕਦੇ, ਚਾਹੇ ਰੋਡ ਵਨ ਵੇ ਆ ਚਾਹੇ ਰੋਡ ਟੂ ਵੇ ਆ। ਤੇ ਹੁਣ ਆਪਾਂ ਗੱਲ ਕਰਾਂਗੇ ਸੁਰਪਾਸੋ ਤੇ। ਸੁਰਪਾਸੋ ਕਿਹਾ ਜਾਂਦਾ ਓਵਰਟੇਕ ਨੂੰ, ਕਿ ਜੰਪ ਦੇ ਅੰਦਰ ਆਪਾਂ ਓਵਰਟੇਕ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਇਹ ਡਿਪੈਂਡ ਹੁੰਦਾ ਰੋਡ ਦੀ ਕੰਡੀਸ਼ਨ ਤੇ, ਕਿ ਰੋਡ ਦੀ ਆਵਾਜਾਈ ਕਿਸ ਪ੍ਰਕਾਰ ਦੀ ਆ। ਹੁਣ ਯਾਦ ਰੱਖਿਓ ਖਾਸ ਤੌਰ ਤੇ, ਅਗਰ ਰੋਡ ਵਨ ਵੇ ਆ ਸੈਂਸੋ ਓਨਿਕੋ, ਤੇ ਫਿਰ ਆਪਾਂ ਵਨ ਵੇ ਰੋਡ ਦੇ ਅੰਦਰ ਚਾਹੇ ਜੰਪ ਆ ਤੇ ਆਪਾਂ ਓਵਰਟੇਕ ਕਰ ਸਕਦੇ ਆ, ਉਹਦੀ ਚੜਾਈ ਤੇ ਵੀ ਤੇ ਜੰਪ ਦੀ ਉਤਰਾਈ ਤੇ ਵੀ। ਧਿਆਨ ਦੇ ਨਾਲ ਕਿਉਂ ਕਰ ਸਕਦੇ ਹਾਂ? ਕਿਉਂਕਿ ਵਨ ਵੇ ਰੋਡ ਦੇ ਅੰਦਰ ਸਾਹਮਣੇ ਤੋਂ ਕਿਸੇ ਦੇ ਵੀ ਆਉਣ ਦਾ ਖਤਰਾ ਨਹੀਂ ਹੁੰਦਾ। ਸੋ ਆਪਾਂ ਧਿਆਨ ਰੱਖਦੇ ਹੋਏ, ਖਾਸ ਧਿਆਨ ਵਰਤਦੇ ਹੋਏ ਓਵਰਟੇਕ ਕਰ ਸਕਦੇ ਅਗਰ ਰੋਡ ਵਨ ਵੇ ਆ। ਹੁਣ ਆਪਾਂ ਗੱਲ ਕਰਦੇ ਹਾਂ ਟੂ ਵੇ ਰੋਡ ਦੇ ਅੰਦਰ, ਕਿ ਦੋਪਿਓ ਸੈਂਸੋ, ਟੂ ਵੇ ਰੋਡ ਦੇ ਅੰਦਰ ਓਵਰਟੇਕ ਕਦੋਂ ਕਰ ਸਕਦੇ ਹਾਂ ਤੇ ਕਦੋਂ ਨਹੀਂ ਕਰ ਸਕਦੇ। ਪਹਿਲਾਂ ਗੱਲ ਕਰਦੇ ਹਾਂ ਕਿ ਕਦੋਂ ਓਵਰਟੇਕ ਨਹੀਂ ਕਰਨਾ ਟੂ ਵੇ ਸੜਕ ਦੇ ਅੰਦਰ। ਅਗਰ ਟੂ ਵੇ ਸੜਕ ਦੇ ਅੰਦਰ ਸਿਰਫ ਦੋ ਹੀ ਟਰੈਕ ਆ, ਦੋਪਿਓ ਸੈਂਸੋ, ਦੂਏ ਸੋਲੇ ਕੋਰਸੀਏ, ਦੂਏ ਸੋਲੇ ਕੋਰਸੀਏ ਦੇ ਸਿਰਫ ਦੋ ਟਰੈਕ, ਕਿ ਅਗਰ ਰੋਡ ਦੀ ਆਵਾਜਾਈ ਟੂ ਵੇ ਆ ਤੇ ਦੋ ਟਰੈਕ ਆ, ਤੇ ਕਹਿਣ ਦਾ ਮਤਲਬ ਕਿ ਇੱਕ ਟਰੈਕ ਜਾਣ ਵਾਲਾ ਆ ਤੇ ਇੱਕ ਟਰੈਕ ਆਉਣ ਵਾਲਾ ਆ, ਤੇ ਫਿਰ ਆਪਾਂ ਜੰਪ ਦੀ ਚੜਾਈ ਤੇ ਓਵਰਟੇਕ ਨਹੀਂ ਕਰ ਸਕਦੇ, ਪਰ ਉਤਰਾਈ ਤੇ ਆਪਾਂ ਕਰ ਸਕਦੇ ਹਾਂ। ਚੜਾਈ ਤੇ ਤਾਂ ਨਹੀਂ ਕਰ ਸਕਦੇ ਕਿਉਂਕਿ ਇੱਕ ਹੀ ਟਰੈਕ ਜਾਣ ਨੂੰ ਆ, ਇੱਕ ਹੀ ਆਉਣ ਨੂੰ ਆ। ਅਗਰ ਆਪਾਂ ਦੂਸਰੇ ਟਰੈਕ ਵੱਲ ਜਾ ਕੇ ਓਵਰਟੇਕ ਕਰਾਂਗੇ ਤੇ ਆਪਾਂ ਨੂੰ ਨਹੀਂ ਪਤਾ ਹੋਣਾ ਕਿ ਸਾਹਮਣੇ ਤੋਂ ਕੋਈ ਆ ਰਿਹਾ ਜਾਂ ਨਹੀਂ, ਕਿਉਂਕਿ ਦੇਖਣ ਸ਼ਕਤੀ ਘੱਟ ਹੁੰਦੀ ਆ। ਸੋ ਇਸ ਕਰਕੇ ਟੂ ਵੇ ਰੋਡ ਦੀ ਅਗਰ ਦੋ ਹੀ ਟਰੈਕ ਆ, ਇੱਕ ਜਾਣ ਨੂੰ ਇੱਕ ਆਉਣ ਨੂੰ, ਤੇ ਚੜਾਈ ਤੇ ਓਵਰਟੇਕ ਕਰਨ ਦੀ ਮਨਾਹੀ ਆ, ਉਤਰਾਈ ਤੇ ਆਪਾਂ ਕਰ ਸਕਦੇ ਹਾਂ। ਅਗਰ ਟੂ ਵੇ ਰੋਡ 'ਚ ਚਾਰ ਟਰੈਕ ਹੋਣ, ਦੋ ਟਰੈਕ ਇੱਕ ਸਾਈਡ ਜਾਣ ਨੂੰ ਤੇ ਦੋ ਟਰੈਕ ਦੂਸਰੀ ਸਾਈਡ ਆਉਣ ਨੂੰ, ਫਿਰ ਆਪਾਂ ਓਵਰਟੇਕ ਜੰਪ ਦੀ ਚੜਾਈ ਤੇ ਵੀ ਕਰ ਸਕਦੇ ਹਾਂ ਤੇ ਜੰਪ ਦੀ ਉਤਰਾਈ ਤੇ ਵੀ। ਅਗਰ ਦੋ ਟਰੈਕ ਇੱਕ ਸਾਈਡ ਨੂੰ ਹੋਣ ਤੇ ਉਹਨੂੰ ਇਟਾਲੀਅਨ 'ਚ ਕਿਹਾ ਜਾਂਦਾ ਆ ਦੂਏ ਕੋਰਸੀਏ, ਦੋ ਟਰੈਕ ਪਰ ਸੈਂਸੋ ਦੀ ਮਾਰਚਾ ਹੁੰਦਾ ਇੱਕ ਸਾਈਡ ਨੂੰ, ਇੱਕ ਸਾਈਡ ਨੂੰ ਕਿਹਾ ਜਾਂਦਾ ਸੈਂਸੋ ਦੀ ਮਾਰਚਾ। ਕਿ ਅਗਰ ਟੂ ਵੇ ਰੋਡ ਆ, ਦੋ ਟਰੈਕ ਇੱਕ ਸਾਈਡ ਜਾਣ ਨੂੰ ਆ, ਤੇ ਫਿਰ ਆਪਾਂ ਓਵਰਟੇਕ ਚੜਾਈ ਤੇ ਵੀ ਕਰ ਸਕਦੇ ਹਾਂ ਤੇ ਉਤਰਾਈ ਤੇ ਵੀ। ਅਸੀਂ ਕਿਹੜੀਆਂ ਖਾਸ ਗੱਲਾਂ ਨੂੰ ਧਿਆਨ 'ਚ ਰੱਖਣਾ ਹੈ? ਸੋ ਤੁਸੀਂ ਇੱਕ ਗੱਲ ਤਾਂ ਨੋਟ ਕੀਤੀ ਹੋਣੀ ਕਿ ਜੰਪ ਕਿਸ ਨੂੰ ਕਿਹਾ ਜਾਂਦਾ ਹੈ? ਜੰਪ ਕਿਹਾ ਜਾਂਦਾ ਆ ਉਸ ਹਿੱਸੇ ਨੂੰ ਜਿੱਥੇ ਸੜਕ ਉੱਪਰ ਪਹਿਲਾਂ ਸਲੀਤਾ ਹੋਵੇ, ਯਾਨੀ ਕਿ ਚੜਾਈ, ਔਰ ਫਿਰ ਅੱਗੇ ਜਾ ਕੇ ਉਸ ਦੀ ਉਤਰਾਈ ਹੋਵੇ, ਉਹਨੂੰ ਜੰਪ ਕਹਿੰਦੇ ਆਪਾਂ, ਯਾਨੀ ਕਿ ਉਹਨੂੰ 200 ਕਿਹਾ ਜਾਂਦਾ। ਤੁਸੀਂ ਪੂਰੀ ਵੀਡੀਓ 'ਚ ਦੇਖਿਆ ਕਿ ਜੰਪ ਦੇ ਅੰਦਰ ਸਾਨੂੰ ਕਿਹੜੀ ਚੀਜ਼ਾਂ ਦੀ ਮਨਾਹੀ ਆ। ਜੰਪ ਦੇ ਅੰਦਰ ਚਾਰ ਮਨਾਹੀਆਂ ਤਾਂ ਸਾਨੂੰ ਪੱਕੀਆਂ ਨੇ ਜੋ ਅਸੀਂ ਨਹੀਂ ਕਰ ਸਕਦੇ, ਜਿਹਦੇ ਵਿੱਚ ਸੀਗੇ ਸੋਸਤਾ, ਫਿਰਮਾਤਾ, ਯੂਟਰਨ ਔਰ ਗੱਡੀ ਰਿਵਰਸ ਕਰਨਾ। ਇਹ ਚਾਰ ਕੰਮ ਜੋ ਅਸੀਂ ਜੰਪ ਦੇ ਅੰਦਰ ਕਦੇ ਵੀ ਨਹੀਂ ਕਰਨੇ, ਕਿਉਂਕਿ ਚੜਾਈ ਹੋਣ ਕਰਕੇ
ਅੱਗੇ ਜੋ ਆ ਰਿਹਾ ਹੈ ਉਸ ਨੂੰ ਨਹੀਂ ਨਜ਼ਰ ਆ ਰਿਹਾ ਹੋਣਾ। ਅਗਰ ਤੁਸੀਂ ਉੱਥੇ ਗੱਡੀ ਯੂ ਟਰਨ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਐਕਸੀਡੈਂਟ ਦੇ ਹੋਣ ਦੇ ਖਤਰੇ ਵੱਧ ਜਾਂਦੇ ਆ। ਸੋ ਇਸ ਕਰਕੇ 4 ਮਨਾਹੀਆਂ ਸਾਨੂੰ ਪੱਕੀਆਂ ਨੇ। ਬਾਕੀ ਤੁਸੀਂ ਓਵਰਟੇਕ ਦਾ ਵੀ ਸੁਣਿਆ ਆ ਕਿ ਓਵਰਟੇਕ ਜੇ 2 ਟਰੈਕ ਇੱਕ ਸਾਈਡ ਨੂੰ ਆ ਫਿਰ ਤੁਸੀਂ ਚੜਾਈ ਤੇ ਵੀ ਕਰ ਸਕਦੇ ਹੋ ਅਤੇ ਉਤਰਾਈ ਤੇ ਵੀ ਕਰ ਸਕਦੇ ਹੋ। ਲੇਕਿਨ ਅਗਰ ਇੱਕ ਸਾਈਡ ਨੂੰ ਇੱਕ ਹੀ ਟਰੈਕ ਆ ਫਿਰ ਤੁਸੀਂ ਚੜਾਈ ਤੇ ਓਵਰਟੇਕ ਨਹੀਂ ਕਰ ਸਕਦੇ, ਲੇਕਿਨ ਉਤਰਾਈ ਤੇ ਤੁਸੀਂ ਕਰ ਸਕਦੇ ਹੋ। ਪਰ ਇੱਕ ਮੇਨ ਚੀਜ਼ ਜੋ ਆ ਉਹ ਅਸੀਂ ਇੱਥੇ ਸਮਝਾਂਗੇ। ਕਿਉਂਕਿ ਮੇਨ ਚੀਜ਼ ਇਹ ਆ ਕਿ 200 ਜੰਪ ਨੂੰ ਕਹਿੰਦੇ ਆ, ਲੇਕਿਨ ਸਾਨੂੰ ਨਾ ਸੜਕਾਂ ਦੇ ਉੱਪਰ ਸਪੀਡ ਬ੍ਰੇਕਰ ਵੀ ਮਿਲਦੇ ਨੇ, ਜਿੱਦਾਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ। ਇਹ ਜੋ ਪਲਾਸਟਿਕ ਵਾਲੇ ਬਣੇ ਹੋਏ ਨੇ ਇਹਨਾਂ ਨੂੰ ਕਹਿੰਦੇ ਨੇ ਸਪੀਡ ਬ੍ਰੇਕਰ। ਲੇਕਿਨ ਇਹ ਜੋ ਸਾਈਨ ਬੋਰਡ ਅਸੀਂ ਪੜ ਰਹੇ ਹਾਂ ਇਹ ਤਾਂ ਸਾਨੂੰ ਜੰਪ ਦੱਸਦਾ ਆ, ਲੇਕਿਨ ਸਾਨੂੰ ਇਹੀ ਸਾਈਨ ਬੋਰਡ ਸਪੀਡ ਬ੍ਰੇਕਰ ਵੀ ਦੱਸ ਸਕਦਾ ਹੈ। ਅੱਗੇ ਸਪੀਡ ਬ੍ਰੇਕਰ ਆ ਉਹਦਾ ਕਿੱਥੋਂ ਪਤਾ ਚੱਲੇਗਾ? ਉਹਦੇ ਲਈ ਫਿਰ ਇੱਕ ਸਪੈਸ਼ਲ ਫੱਟੀ ਜੋੜ ਦਿੱਤੀ ਜਾਂਦੀ ਹੈ, ਜਿੱਦਾਂ ਲਿਖਿਆ ਹੁੰਦਾ ਦੋਸੀ ਆਰਟੀਫਿਸ਼ਾਲੇ, ਯਾਨੀ ਕਿ ਜੋ ਅੱਗੇ ਜਾ ਕੇ ਖਤਰਾ ਆ ਉਹ ਖਤਰਾ ਕਿਆ ਆ? ਦੋਸੀ ਆਰਟੀਫਿਸ਼ਾਲੇ, ਇੱਕ ਸਪੀਡ ਬ੍ਰੇਕਰ ਦਾ। ਸੋ ਅਗਰ ਸਿਗਨਲ ਦੇ ਨੀਚੇ ਲਿਖਿਆ ਹੋਇਆ ਦੋਸੀ ਆਰਟੀਫਿਸ਼ਾਲੇ ਫਿਰ ਉਹ ਜੰਪ ਨਹੀਂ ਹੈਗਾ, ਫਿਰ ਉਹ ਇੱਕ ਸਪੀਡ ਬ੍ਰੇਕਰ ਦਾ ਖਤਰਾ ਹੈ। ਲੇਕਿਨ ਅਗਰ ਦੋਸੀ ਆਰਟੀਫਿਸ਼ਾਲੇ ਨਹੀਂ ਲਿਖਿਆ ਹੋਇਆ, ਕੱਲਾ ਸਾਈਨ ਹੀ ਲੱਗਾ ਹੋਇਆ, ਤਾਂ ਇਸ ਦਾ ਮਤਲਬ ਆ ਅੱਗੇ ਜਾ ਕੇ ਇੱਕ ਜੰਪ ਹੈ ਜਿਸ ਦੀ ਪਹਿਲੇ ਚੜਾਈ ਤੇ ਫਿਰ ਉਤਰਾਈ ਹੈ। ਠੀਕ ਹੈ ਜੀ। ਸੋ ਬਹੁਤਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਇਸ ਦੇ ਉੱਪਰ ਬਣੇ ਹੋਏ ਸਵਾਲਾਂ ਨੂੰ ਪੜ੍ਹਦੇ ਹਾਂ। ਸਵਾਲਾਂ 'ਚ ਅਸੀਂ ਦੇਖਾਂਗੇ ਕਿਹੜਾ ਵੇਰੋ ਆ ਤਾਂ ਕਿਹੜਾ ਫਾਲਸੋ ਆ, ਜਿਨ੍ਹਾਂ ਨੂੰ ਅਸੀਂ ਕੁਇਜ਼ ਕਹਿੰਦੇ ਹਾਂ। ਸੋ ਇਸ ਸਾਈਨ ਬੋਰਡ ਦੇ ਉੱਪਰ ਇਹ ਟੋਟਲ ਪਹਿਲੇ ਸਕੇ ਦੇ ਵਿੱਚ 13 ਕੁਇਜ਼ ਬਣੇ ਹੋਏ ਨੇ। ਇਹਨਾਂ ਨੂੰ ਵੇਰੋ ਤੇ ਫਾਲਸੋ ਕਿੱਦਾਂ ਕਰਾਂਗੇ? ਹਮੇਸ਼ਾ ਸਿਗਨਲ ਨੂੰ ਧਿਆਨ 'ਚ ਰੱਖਦੇ ਹੋਏ, ਕਿਉਂਕਿ ਇਹ 13 ਕੁਇਜ਼ ਇਸ ਸਾਈਨ ਤੇ ਬਣੇ ਹੋਏ ਨੇ। ਤੇ ਵੇਰੋ ਅਸੀਂ ਉਹ ਕੀਤਾ ਜਾਏਗਾ ਜੋ ਵਾਕਈ ਹੀ ਸਿਗਨਲ ਦੇ ਰਿਲੇਟਡ ਗੱਲ ਕਰ ਰਿਹਾ। ਠੀਕ ਹੈ ਜੀ। ਹੁਣ ਧਿਆਨ ਨਾਲ ਕਿ ਸਿਗਨਲ ਸਾਨੂੰ ਇੱਕ ਜੰਪ ਦੱਸ ਰਿਹਾ ਹੈ, ਉਹਦੇ ਅੰਦਰ ਕਿਆ ਖਤਰਾ ਆ, ਉਹ ਸਾਨੂੰ ਕਿਹੜੀਆਂ ਮਨਾਹੀਆਂ ਦਿੰਦਾ ਹੈ, ਉਸ ਨੂੰ ਧਿਆਨ 'ਚ ਰੱਖਦੇ ਅਸੀਂ ਸਵਾਲਾਂ ਨੂੰ ਪੜਾਂਗੇ। ਸਵਾਲ ਨੰਬਰ ਪਹਿਲਾ, Il segnale raffigurato, ਓਕੇ, ਓਵਰਟੇਕ ਦਾ ਜੋ ਆ, ਚਲੋ ਮੈਂ ਇੱਥੇ ਦੁਬਾਰਾ ਸਮਝਾ ਦੇਣਾ ਓਵਰਟੇਕ ਦਾ। ਓਕੇ, ਓਵਰਟੇਕ ਦੇ ਉੱਪਰ ਨਾ ਸਾਨੂੰ ਓਵਰਟੇਕ ਦੀ ਸਾਨੂੰ ਮਨਾਹੀ ਵੀ ਹੈਗੀ ਹੈ ਤੇ ਸਾਨੂੰ ਮਨਾਹੀ ਨਹੀਂ ਵੀ ਹੈਗੀ। ਲੇਕਿਨ ਉਹ ਕਿਹੜੀ ਸਿਚੁਏਸ਼ਨ ਆ? 2 ਸਿਚੁਏਸ਼ਨਾਂ ਨੇ, ਇਜਾਜ਼ਤ ਵੀ ਹੈਗੀ ਹੈ ਤੇ ਮਨਾਹੀ ਵੀ ਹੈਗੀ ਹੈ। ਜਿੱਦਾਂ ਮੈਂ ਇਹ ਸਮਝਾ ਰਿਹਾ ਸੀਗਾ ਕਿ ਅਗਰ ਦੋਪਿਓ ਸੈਂਸੋ रोड है, दोप्यो सेंसो यानी कि 2 वे, यानी कि एक ऐसी सड़क जिस ऊपर एक साइड गड्डियां जा रही हैं और दूसरी साइड तो आ रही हैं। सो ध्यान ना सुनियो, doppio senso con 2 sole corsie, कि जे सिर्फ 2 ही ट्रैक ने तो ਉਹਦਾ ਮਤਲਬ ਕੀ ਆ? ਇੱਕ ਜਾਣ ਨੂੰ ਆ ਤੇ ਇੱਕ ਆਉਣ ਨੂੰ। ਸੋ ਜਦੋਂ ਤਾਂ ਜੰਪ ਦੇ ਅੰਦਰ ਸਿਰਫ 2 ਟਰੈਕ ਨੇ, ਇੱਕ ਜਾਣ ਨੂੰ ਤਾਂ ਇੱਕ ਆਉਣ ਨੂੰ, ਫਿਰ ਸਲੀਤਾ ਚੜਾਈ ਦੇ ਉੱਪਰ ਤੁਸੀਂ ਓਵਰਟੇਕ ਨਹੀਂ ਕਰਨਾ। ਲੇਕਿਨ ਤੁਸੀਂ ਉਤਰਾਈ ਤੇ ਕਰ ਸਕਦੇ ਹੋ, ਜੰਪ ਦੀ ਉਤਰਾਈ ਤੇ ਕਰ ਸਕਦੇ ਹੋ। ਕਿਉਂ ਕਰ ਸਕਦੇ ਹੋ? ਕਿਉਂਕਿ ਤੁਹਾਨੂੰ ਫਿਰ ਸਾਹਮਣੇ ਦਿਖਣਾ ਸ਼ੁਰੂ ਹੋ ਜਾਏਗਾ ਕਿ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ। ਕਿਉਂਕਿ ਚੜਾਈ ਚੜਦੇ ਹੋਏ ਸੜਕ ਦੀ ਢਲਾਨ ਸਾਨੂੰ ਸਾਹਮਣੇ ਨਹੀਂ ਦੇਖਣ ਦਿੰਦੀ, ਕਿਉਂਕਿ ਰੋਡ ਉੱਚਾ ਹੁੰਦਾ ਨਾ ਸੈਂਟਰ ਚੋਂ।
ਸੋ ਇਸ ਕਰਕੇ ਚੜ੍ਹਾਈ ਤੇ ਮਨਾਹੀ ਲੱਗ ਜਾਂਦੀ ਹੈ ਜਦ ਇੱਕ ਟਰੈਕ ਇੱਕ ਸਾਈਡ ਨੂੰ, ਲੇਕਿਨ ਉਸੇ ਰੋਡ ਤੇ ਤੁਸੀਂ ਉਤਰਾਈ ਤੇ ਕਰ ਸਕਦੇ ਹੋ। ਧਿਆਨ ਨਾਲ ਇਸ ਗੱਲ ਨੂੰ ਰੱਖਦੇ ਹੋਏ ਧਿਆਨ ਚ ਕਿ ਸਾਹਮਣੇ ਤੋਂ ਕੋਈ ਨਾ ਆਂਦਾ ਹੋਵੇ। ਸੋ ਦੁਬਾਰਾ ਰਿਪੀਟ ਕਰ ਦੇਣਾ ਕਿ ਟੂ ਵੇ ਰਸਤਾ ਹੋਵੇ ਤੇ ਸਿਰਫ ਦੋ ਟਰੈਕ ਨੇ, ਇੱਕ ਜਾਣ ਲਈ ਇੱਕ ਆਉਣ ਲਈ, ਤਾਂ ਚੜ੍ਹਾਈ ਤੇ ਓਵਰਟੇਕ ਨਹੀਂ ਕਰਨਾ, ਉਤਰਾਈ ਤੇ ਤੁਸੀਂ ਕਰ ਸਕਦੇ ਹੋ। ਇਹ ਹੋ ਗਿਆ ਦੋਪਿਓ ਸੈਂਸੋ ਦੋ ਟਰੈਕਾਂ ਵਾਲਾ। ਤੁਸੀਂ ਖੁਦ ਦੇਖੋ ਇਸ ਫੋਟੋ 'ਚ ਤੁਹਾਨੂੰ ਕਿੰਨੇ ਟਰੈਕ ਦਿਖ ਰਹੇ ਨੇ, ਇੱਕ ਜਾਣ ਨੂੰ ਆ ਔਰ ਇੱਕ ਆਉਣ ਨੂੰ ਆ। ਹੁਣ ਜਿਹੜੀ ਅਗਲੀ ਫੋਟੋ ਆ, ਇਸ ਫੋਟੋ ਦੇ ਅੰਦਰ ਕਿੰਨੇ ਟਰੈਕ ਨੇ ਇੱਕ ਸਾਈਡ ਜਾਣ ਨੂੰ ਪੂਰੇ ਰਸਤੇ 'ਚ? ਸੈਂਟਰ ਵਾਲੀ ਕੰਟੀਨਿਊ ਲਾਈਨ ਤੋਂ ਤੁਸੀਂ ਦੇਖੋ ਇੱਕ ਸਾਈਡ ਜਾਣ ਨੂੰ ਕਿੰਨੇ ਟਰੈਕ ਨੇ? ਦੋ ਹੀ ਜਾਣ ਨੂੰ ਆ ਔਰ ਦੋ ਹੀ ਆਉਣ ਨੂੰ ਆ। ਮੈਂ ਪਹਿਲੀ ਕਲਾਸ 'ਚ ਦੱਸਿਆ ਸੀਗਾ ਕਿ ਜਦੋਂ ਇੱਕ ਸਾਈਡ ਸਾਡੀ ਸਿਰਫ ਇੱਕ ਸਾਈਡ ਜਾਣ ਨੂੰ ਦੋ ਟਰੈਕ ਹੋਣ ਤਾਂ ਅਸੀਂ ਸਕਰੀਨ ਦੇ ਉੱਪਰ ਨਾ ਪਲੀਜ਼ ਲਾਈਨਾਂ ਨਾ ਕਰੋ, ਸੋ ਧਿਆਨ ਨਾਲ ਸਕਰੀਨ ਤੇ ਧਿਆਨ ਰੱਖੋ ਕਿ ਜਦੋਂ ਇੱਕ ਸਾਈਡ ਜਾਣ ਨੂੰ ਦੋ ਟਰੈਕ ਹੋਣ ਤਾਂ ਤੁਸੀਂ ਚੜ੍ਹਾਈ ਤੇ ਵੀ ਓਵਰਟੇਕ ਕਰ ਸਕਦੇ ਹੋ ਤੇ ਉਤਰਾਈ ਤੇ ਵੀ ਕਰ ਸਕਦੇ ਹੋ। ਜਿਸ ਨੂੰ ਕਿੱਦਾਂ ਕਵਾਂਗੇ? doppio senso due corsie ਦੋ ਟਰੈਕ per senso ਦੀ ਮਾਰਚਾ ਇੱਕ ਸਾਈਡ ਨੂੰ, ਯਾਨੀ ਕਿ ਟੂ ਵੇ ਰੋਡ ਇੱਕ ਸਾਈਡ ਨੂੰ ਦੋ ਟਰੈਕ, ਤੇ ਦੋਨੋਂ ਸਾਈਡਾਂ 'ਚ ਕੁੱਲ ਮਿਲਾ ਕੇ ਕਿੰਨੇ ਹੋ ਗਏ? ਚਾਰ, ਦੋ ਜਾਣ ਲਈ ਦੋ ਆਉਣ ਲਈ। ਸੋ ਜਦ ਦੋ ਟਰੈਕ ਜਾਣ ਨੂੰ ਤੇ ਦੋ ਆਉਣ ਨੂੰ ਆ ਤਾਂ ਅਸੀਂ ਚੜ੍ਹਾਈ ਤੇ ਓਵਰਟੇਕ ਕਰ ਸਕਦੇ ਹਾਂ। ਪਤਾ ਕਿਉਂ ਕਰ ਸਕਦੇ ਹਾਂ? ਕਿਉਂਕਿ ਜਦੋਂ ਸਾਡੀ ਸਾਈਡ ਦੋ ਟਰੈਕ ਹੋਣ, ਸਾਡੇ ਸੱਜੇ ਟਰੈਕ ਨੂੰ ਕਹਿੰਦੇ ਨੇ ਕੋਰਸੀਆ ਦੀ ਮਾਰਚਾ, ਸਾਡੇ ਨਾਰਮਲ ਚੱਲਣ ਵਾਲਾ ਟਰੈਕ, ਔਰ ਸਾਡੀ ਹੀ ਸਾਈਡ ਜਦ ਸਾਨੂੰ ਇੱਕ ਐਕਸਟਰਾ ਟਰੈਕ ਦਿੱਤਾ ਜਾਵੇ ਖੱਬੀ ਸਾਈਡ, ਉਹਨੂੰ ਕਹਿੰਦੇ ਨੇ ਕੋਰਸੀਆ ਦੀ ਸੁਰਪਾਸੋ। ਕਿਹੜਾ ਟਰੈਕ? ਓਵਰਟੇਕ ਦਾ। ਹੁਣ ਇਸ ਪੂਰੇ ਰਸਤੇ 'ਚ ਦੋ ਟਰੈਕ ਇੱਕ ਸਾਈਡ ਨੇ, ਦੋ ਟਰੈਕ ਦੂਜੀ ਸਾਈਡ ਨੇ। ਹੁਣ ਸੱਜਾ ਟਰੈਕ ਤਾਂ ਸਾਡੇ ਚੱਲਣ ਲਈ ਆ ਕਿ ਜਿੱਥੇ ਅਸੀਂ ਨਾਰਮਲ ਅੱਗੇ ਵਧਣਾ, ਖੱਬਾ ਟਰੈਕ ਕਾਹਦੇ ਲਈ ਆ? ਸੁਰਪਾਸੋ। ਸੋ ਜਦ ਇੱਕ ਜੰਪ ਦੇ ਅੰਦਰ ਇੱਕ ਸਾਈਡ ਨੂੰ ਦੋ ਟਰੈਕ ਨੇ, ਜਿੱਦਾਂ ਫੋਟੋ 'ਚ ਦੇਖ ਰਹੇ ਹੋ, ਤਾਂ ਤੁਸੀਂ ਜੰਪ ਦੀ ਚੜ੍ਹਾਈ ਤੇ ਓਵਰਟੇਕ ਕਰ ਸਕਦੇ ਹੋ, ਲੇਕਿਨ ਉਦੋਂ ਨਹੀਂ ਕਰ ਸਕਦੇ ਜਦ ਇੱਕ ਸਾਈਡ ਨੂੰ ਇੱਕ ਹੀ ਟਰੈਕ ਨੇ ਤੇ ਪੂਰੇ ਟੋਟਲ ਰਸਤੇ 'ਚ ਕਿੰਨੇ? ਦੋ। ਓਕੇ ਜੀ, ਕੰਟੀਨਿਊ ਕਰ ਸਕਦੇ ਆਪਾਂ ਅਗਰ ਇਸ ਚੀਜ਼ ਦਾ ਆਪਾਂ ਨੂੰ ਕਲੀਅਰ ਹੋ ਗਿਆ ਆ। ਓਕੇ, ਸੋ ਅੱਗੇ ਕਰਦੇ ਆ ਕੰਟੀਨਿਊ। ਸਵਾਲ ਨੰਬਰ ਪਹਿਲਾ, il segnale raffigurato, raffigurato ਹੁੰਦਾ ਆ ਦਿਖਾਇਆ ਹੋਇਆ, मतलब ये सिग्नल जो दिखाया है preannuncia, preannuncia ਹੁੰਦਾ ਆ ਸਾਨੂੰ ਦੱਸ ਰਿਹਾ ਹੈ ਕਿ ਇਹ ਸਿਗਨਲ ਸਾਨੂੰ ਦੱਸ ਰਿਹਾ ਹੈ una cunetta। ਕੁਨੇਤਾ ਕਿਆ ਹੁੰਦਾ ਹੈ? ਕੁਨੇਤਾ ਅਗਰ ਅਸੀਂ ਪੰਜਾਬੀ 'ਚ ਇਸ ਨੂੰ ਕਹੀਏ ਤੇ ਕੁਨੇਤਾ ਆਪਾਂ ਕਹਿੰਦੇ ਆ ਇੱਕ ਐਸਾ ਰਸਤਾ ਜਿਸ ਰਸਤੇ ਦੀ ਪਹਿਲੇ ਉਤਰਾਈ ਹੋਵੇ ਫਿਰ ਚੜ੍ਹਾਈ ਹੋਵੇ, ਜਿਹੜੀ ਡੂੰਘੀ ਜਗ੍ਹਾ ਬਣ ਰਹੀ ਹੈ ਨਾ, ਉਹਨੂੰ ਕੁਨੇਤਾ ਕਹਿੰਦੇ ਆ, ਜਿੱਦਾਂ ਸੇਮ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਲੇਕਿਨ ਕੁਨੇਤੇ ਦਾ ਆਪਣਾ ਸਿਗਨਲ ਹੈਗਾ ਆ। ਜੰਪ ਤੋਂ ਬਾਅਦ ਜੋ ਅਸੀਂ ਨੈਕਸਟ ਸਾਈਨ ਪੜ੍ਹਨਾ ਆ ਉਹ ਕੁਨੇਤੇ ਦਾ ਆ। ਸੋ ਜਿਹੜਾ ਸਾਈਨ ਬੋਰਡ ਅਸੀਂ ਪੜ੍ਹ ਰਹੇ ਆ ਇਹ ਸਾਨੂੰ ਸਿਰਫ ਤੇ ਸਿਰਫ ਕਿਸ ਖਤਰੇ ਦੀ ਗੱਲ ਕਰਦਾ ਹੈ? ਜੰਪ ਦੀ। ਕਿ ਇਹ ਸਿਗਨਲ ਸਾਨੂੰ ਇੱਕ ਕੁਨੇਤਾ ਦੱਸ ਰਿਹਾ ਹੈ? ਫਾਲਸੋ। ਅਗਰ ਅਸੀਂ ਪੜ੍ਹ ਰਹੇ ਹਾਂ ਤੇ ਇਹ ਸਿਗਨਲ ਸਾਨੂੰ ਇੱਕ 200 यानी कि एक जंप दस रहा। सवाल फालसो क्यों आ? क्योंकि कह रहा है कि ये सिग्नल सानू
cunetta ਦੱਸ ਰਿਹਾ ਹੈ। Falso. Il segnale raffigurato, ये जो सिग्नल दिखाया preannuncia, ਇਹ ਸਾਨੂੰ ਦੱਸ ਰਿਹਾ ਹੈ lavori, lavori ਹੁੰਦਾ ਕੰਮ, in corso ਚੱਲ ਰਿਹਾ ਹੈ। ਜਿੱਦਾਂ ਕਈ ਵਾਰੀ ਰੋਡ ਦੇ ਉੱਪਰ ਰੋਡ ਟੁੱਟ ਜਾਂਦਾ ਆ ਜਾਂ ਰੋਡ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਆ ਤੇ ਉਸ ਚੱਲ ਰਹੇ ਕੰਮ ਨੂੰ ਕਹਿੰਦੇ ਨੇ lavori in corso। ਕੀ ਇਹ ਸਿਗਨਲ ਸਾਨੂੰ ਵਾਕਈ ਇੱਕ ਕੰਮ ਦੇ ਚੱਲਣ ਬਾਰੇ ਦੱਸ ਰਿਹਾ ਕਿ ਅਸੀਂ ਪੂਰੀ ਵਿਆਖਿਆ 'ਚ ਗੱਲ ਕੀਤੀ ਹੈ ਕਿ ਇਹ ਸਿਗਨਲ ਸਾਨੂੰ ਇਹ ਦੱਸਦਾ ਹੈ ਕਿ ਅੱਗੇ ਕੰਮ ਚੱਲ ਰਿਹਾ ਹੈ? ਫਾਲਸੋ। ਇਹ ਸਿਗਨਲ ਸਾਨੂੰ ਇੱਕ ਜੰਪ ਦੇ ਬਾਰੇ ਦੱਸ ਰਿਹਾ ਹੈ, ਨਾ ਕਿ ਇਹ ਕਿ ਅੱਗੇ ਕੰਮ ਚੱਲ ਰਿਹਾ। ਹਾਂ, ਅਗਰ ਇਹ ਸਾਈਨ ਬੋਰਡ ਦੀ ਬੈਕਗ੍ਰਾਉਂਡ ਜਾਲੋ ਹੋਵੇ, ਯਾਨੀ ਕਿ ਆਪਾਂ ਖਤਰੇ 'ਚ ਮੈਂ ਦੱਸਿਆ ਸੀਗਾ ਨਾ ਕਿ ਜੇਕਰ ਕਿਸੇ ਵੀ ਖਤਰੇ ਦੀ ਸਿਗਨਲ ਬੈਕਗ੍ਰਾਉਂਡ ਜਾਲੋ ਕਲਰ ਦਾ ਹੋਵੇ, ਯਾਨੀ ਕਿ ਯੈਲੋ, ਤਾਂ ਉਸਦਾ ਕੀ ਮਤਲਬ ਆ ਕਿ ਉਸ ਖਤਰੇ ਤੇ ਅੱਗੇ ਕੰਮ ਚੱਲ ਰਿਹਾ। ਜੇ ਜਾਲੋ ਹੋਵੇ ਤਾਂ ਸਾਨੂੰ ਦੱਸਦਾ ਕਿ ਅੱਗੇ ਕੰਮ ਚੱਲ ਰਿਹਾ। ਲੇਕਿਨ ਇੱਕ ਇਕੱਲਾ ਸਿਗਨਲ ਸਾਨੂੰ ਕਿਸੇ ਕੰਮ ਦੇ ਚੱਲਣ ਦੀ ਸੂਚਨਾ ਨਹੀਂ ਦੇ ਰਿਹਾ। ਵਾਲਾ ਫਾਲਸੋ। 3 ਨੰਬਰ, il segnale raffigurato, ਦਿਖਾਇਆ ਹੋਇਆ ਇਹ ਸਿਗਨਲ preannuncia, ਇਹ ਸਾਨੂੰ ਦੱਸ ਰਿਹਾ ਹੈ un 200 ਮਤਲਬ ਇੱਕ ਜੰਪ, ਜੰਪ यानी कि जिसकी पहले चढ़ाई और फिर उतराई, कि ये सिग्नल सानू एक जंप दस रहा है वेरो, क्योंकि वाकई ये सिग्नल सानू एक जंप ही दस रहा है। 4 नंबर, इन प्रेसेंसा, प्रेसेंसा का मतलब मौजूद, del segnale raffigurato, कि इस सिग्नल दी मौजूदगी च bisogna, जरूरी है, considerare, अनुमान होना, कि सानू इस सिग्नल दी मौजूदगी च ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਸਾਨੂੰ अनुमान होना ਜ਼ਰੂਰੀ ਹੈ, ਸਾਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਕੀ ਧਿਆਨ ਚ ਰੱਖਣਾ ਜ਼ਰੂਰੀ? ਵਿਸਿਬਿਲਿਟਾ, ਕਿ ਜੋ ਸਾਡੀ ਸਾਹਮਣੇ ਦੇਖਣ ਵਾਲੀ ਵਿਸਿਬਿਲਿਟੀ ਆ ਲਿਮਿਟਾਤਾ, ਉਹ ਘਟ ਰਹੀ ਹੈ। ਕਿ ਇਸ ਸਿਗਨਲ ਦੀ ਮੌਜੂਦਗੀ ਚ ਸਾਨੂੰ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਸਾਡੀ ਵਿਸਿਬਿਲਿਟੀ, ਕਿ ਜੋ ਸਾਨੂੰ ਸਾਹਮਣੇ ਨਜ਼ਰ ਆਉਂਦਾ ਆ, ਉਹ ਲਿਮਿਟਾਤਾ ਘਟ ਰਿਹਾ ਹੈ। ਕਿਉਂ ਘਟ ਰਿਹਾ ਆ? क्योंकि अगे जाके सड़क सीधी नहीं हैगी, सड़क अगे जाके पहला चढ़ाई है और फिर उतराई है। जो सामने तो आ रहा है वो सानू नहीं नजर आता। उसकी वजह क्योंकि सड़क सीधी नहीं हैगी, एक जंप दे करके सानू सामने देखने च जो साडी विजिबिलिटी आ वो घट रही है। उस वाला वेरो। 5 नंबर, il segnale raffigurato preannuncia, कि ये सिग्नल preannuncia दस रहा है। preannuncia हुंदा दसना, कि ये सिग्नल सानू दस रहा है una variazione। variazione का मतलब हुंदा या बदलाव आना। variazione ਦਾ मतलब ਹੁੰਦਾ ਹੈ ਚੇਂਜਿੰਗ ਆਣਾ, ਬਦਲਾਵ ਆਣਾ। pendenza, pendenza ਕੀ ਹੁੰਦੀ ਹੈ? ਢਲਾਨ। della strada, ਸੜਕ ਦੀ, ਕਿ ਸਿਗਨਲ ਸਾਨੂੰ ਇਹ ਦੱਸ ਰਿਹਾ ਕਿ ਸੜਕ ਦੀ ਢਲਾਨ ਚ ਬਦਲਾਵ ਆ ਰਿਹਾ ਹੈ। ਕੌਣ? ਜਿਸ ਦੇ ਨਾਲ
लिमिटाता घट रही है विजिबिलिटा साडी देखण शक्ति कि सिग्नल सानू ये दस रहा आ कि सड़क दी टहलान च बदलाव आन करके साडी विजिबिलिटी घट रही है। वेरो 6 नंबर Il segnale raffigurato दिखाया होया सिग्नल preannuncia preannuncia ਹੁੰਦਾ ਆ ਸਾਨੂੰ ਦੱਸ ਰਿਹਾ ਅਲ ingresso ਹੁੰਦਾ एंट्री दाखिल होना इन una galleria galleria क्या ਹੁੰਦੀ है सुरंग कि सिग्नल ये दस रहा आ कि असी एक सुरंग च दाखिल हो रहे हैं। Also il segnale raffigurato कि ये सिग्नल è posto ਹੁੰਦਾ लगाया कि ये सिग्नल posto लगा ਹੁੰਦਾ दी norma ਹੁੰਦਾ कानूनी तौर ते 150 मीटर प्रीमा पहले दी उन 200 यानी कि जंप कि ये सिग्नल जंप तो 150 मीटर पहले लगा हुंदा वेरो कि मैं दस्या सीगा कि खतरे दे तकरीबन जो साइन ने ये सानू खतरे तो 150 मीटर पहले लगे हुए मिलते कि खतरे तो 150 मीटर पहला ही मिल जाता आ सानू इतलाह दे दिंदा कि अगे तुहाडे लई किहड़ा खतरा आ रहा है। वाला वेरो 8 नंबर Il segnale raffigurato preannuncia दिखाया होया ये सिग्नल preannuncia सानू दस रहा है tratto di strada che जो अगे सड़क आ cattivo stato ਹੁੰਦਾ माड़े हालात खराब हालात कि सिग्नल सानू ये दस रहा कि अगे आ रहे सड़क दे हालात खराब ने यानी कि वो टुटिया होया या खड्डे या तरेड़ा ने कि वाकई ये सिग्नल सानू एक खराब हालातां वाली सड़क दसदा also ये दसदा सिर्फ एक जंप दे ऊपर ना कि किसी खराब सड़क ते हुण खराब सड़क वाला केड़ा सिग्नल सीगा जो असी कल पढ़िया सीगा यानी कि टूटी सड़क वाला वीरे त्रातो दा मतलब हुंदा आ पीस हिस्सा किदा हिस्सा दी strada यानी कि 150 मीटर बाद जो सड़क दा हिस्सा आना है उस हिस्से नू कहंदे आ त्रातो ठीक है वीरे सवाला फाल्सो 9 नंबर il segnale raffigurato दिखाया होया साइन preannuncia सानू दस रहा है कि ये सिग्नल सानू दस रहा है किस बारे दी उन पोंते हुंदा आ पुल कि ये सिग्नल सानू एक पुल दस रहा है फाल्सो ये सानू पुल नहीं ये सानू अगर दस रहा आ ते ओह आ एक जंप अगला 10 नंबर हाँ जी तजिंदर वीरे ओके जो पिछू आप अपडेट करते हैं तो उस वक्त इसका आंसर कितने रोंग चला गया होना है लेकिन ये वेरो आ क्योंकि पिछू जो अपलोडिंग होंगी आ उस वक्त वह टिक मार्क गलत हो गया होना है इस करके इतने फालतू शो कर रहा है लेकिन जो सवाल नंबर 7 आ उसका आंसर वेरो ठीक है जी ओके बाकी तुसी वेरो ही रखियो फालसो ना करो क्योंकि पिछों कल्ले कल्ले सवाल की अपलोडिंग होंगी है तो उन्होंने आंसर दिते जाते उत्थे कोई मिसटेक हो गई होनी है ठीक है जी
ਸੋ ਬਾਕੀ ਮੈਂ ਨਾਲ ਨਾਲ ਦੱਸ ਰਿਹਾ, ਤੁਸੀਂ ਉੱਤੇ ਫੋਕਸ ਰੱਖਣਾ ਹੈ। ਸਵਾਲ ਨੰਬਰ 10, il segnale raffigurato ਜੋ ਸਿਗਨਲ ਦਿਖਾਇਆ ਪ੍ਰੈਨੂncia ਇਹ ਸਾਨੂੰ ਦੱਸ ਰਿਹਾ ਹੈ una salita। salita ਮਤਲਬ ਕੀ ਹੁੰਦੀ ਹੈ? ਚੜਾਈ। ਤੇ guita ਤੇ ਉਸ ਤੋਂ ਬਾਅਦ ਦਾ una discesa ਉਤਰਾਈ ਵੀ ਦੱਸ ਰਿਹਾ ਹੈ ਕਿ ਜੋ ਸਿਗਨਲ ਸਾਨੂੰ ਦਿਖਾਇਆ ਇਹ ਸਾਨੂੰ ਇੱਕ ਚੜਾਈ ਔਰ ਉਸ ਤੋਂ ਬਾਅਦ ਉਸ ਦੀ ਉਤਰਾਈ ਵੀ ਦੱਸ ਰਿਹਾ ਹੈ। ਯਾਨੀ ਕਿ ਇਹ ਸਿਗਨਲ ਸਾਨੂੰ ਇੱਕ ਐਸਾ ਰਸਤਾ ਦੱਸ ਰਿਹਾ ਜਿਸ ਤੇ ਪਹਿਲਾਂ ਚੜਾਈ ਹੈ ਤੇ ਫਿਰ ਉਤਰਾਈ ਆ। ਤਾਂ ਹੀ ਉਸ ਨੂੰ ਕਿਆ ਨਾਮ ਦਿੱਤਾ ਗਿਆ ਆ ਕਿ ਅੱਗੇ ਇੱਕ ਜੰਪ ਹੈ। ਪਹਿਲਾਂ ਜੰਪ ਚ ਚੜਾਈ ਆਂਦੀ ਹੈ, ਫਿਰ ਉਸ ਤੋਂ ਬਾਅਦ ਉਸ ਦੀ ਕਿਆ ਆਂਦੀ ਹੈ? ਉਤਰਾਈ। ਸੋ ਸਵਾਲ ਆ vero। 11 ਨੰਬਰ, il segnale raffigurato ਦਿਖਾਇਆ ਗਿਆ ਸਿਗਨਲ preannuncia ਸਾਨੂੰ ਦੱਸ ਰਿਹਾ ਹੈ tratto di strada ਕਿ ਜੋ ਅੱਗੇ ਸੜਕ ਦਾ ਹਿੱਸਾ ਹੈ pericoloso ਖਤਰਨਾਕ per limitata ਕਿਉਂਕਿ ਘੱਟ ਹੈ visibilità ਦੇਖਣ ਸ਼ਕਤੀ ਕਿ ਸਾਨੂੰ ਜੋ ਨਜ਼ਰ ਆਣਾ ਆ ਉਹ ਘੱਟ ਨਜ਼ਰ ਆਂਦਾ ਆ, ਇਸ ਲਈ ਉਹ ਰਸਤਾ ਖਤਰਨਾਕ ਹੈ। ਇਹ ਸਿਗਨਲ ਦੱਸ ਰਿਹਾ ਕਿ ਜੋ ਅੱਗੇ ਰਸਤਾ ਆ ਰਿਹਾ ਆ ਉਹ ਰਸਤਾ pericoloso ਖਤਰਨਾਕ ਆ ਕਿਉਂਕਿ ਸਾਨੂੰ ਘੱਟ ਨਜ਼ਰ ਆਂਦਾ ਹੈ। vero। 12 ਨੰਬਰ, il segnale raffigurato ਜੋ ਸਿਗਨਲ raffigurato ਦਿਖਾਇਆ ਜਾ ਰਿਹਾ preannuncia ਇਹ ਸਾਨੂੰ ਦੱਸ ਰਿਹਾ ਹੈ un tratto di strada ਕਿ ਜੋ ਅੱਗੇ ਸੜਕ ਆ ਉਸ ਦਾ ਹਿੱਸਾ ਕਿ ਅੱਗੇ ਸੜਕ ਦਾ ਹਿੱਸਾ con pavimentazione ਫਰਸ਼ irregolare ਖਰਾਬ ਹੈ। ਕਿ ਸਿਗਨਲ ਕਹਿ ਰਿਹਾ ਕਿ ਅੱਗੇ ਆ ਰਹੇ ਸੜਕ ਦੇ ਹਿੱਸੇ ਦਾ ਫਰਸ਼ irregolare ਖਰਾਬ ਹੈ। ਫਾਲਸੋ ਇਹ ਸਿਗਨਲ ਕਿਸੇ ਖਰਾਬ ਸੜਕ ਦਾ ਜ਼ਿਕਰ ਨਹੀਂ ਕਰ ਰਿਹਾ। ਇਹ ਅਗਰ ਦੱਸ ਰਿਹਾ ਆ ਤੇ ਇੱਕ ਜੰਪ ਦੱਸ ਰਿਹਾ। 13 ਨੰਬਰ, il segnale raffigurato preannuncia ਕਿ ਇਹ ਸਿਗਨਲ ਸਾਨੂੰ ਦੱਸ ਰਿਹਾ ਹੈ un tratto di strada deformata। deformata ਹੁੰਦਾ ਟੁੱਟਿਆ ਹੋਇਆ, deformata ਕਿਹਾ ਜਾਂਦਾ ਟੁੱਟਿਆ ਹੋਇਆ। ਕੀ strada ਕਿ ਸਿਗਨਲ ਸਾਨੂੰ ਇਹ ਦੱਸ ਰਿਹਾ ਹੈ ਕਿ ਅੱਗੇ ਰੋਡ ਟੁੱਟਿਆ ਹੋਇਆ ਹੈ। also ਅਸੀਂ ਜੋ ਸਿਗਨਲ ਪੜ੍ਹਦੇ ਪਏ ਹਾਂ ਇਹ ਕਿਸੇ ਟੁੱਟੇ ਹੋਏ ਸੜਕ ਦੀ ਗੱਲ ਨਹੀਂ ਕਰਦਾ, ਇਹ ਸਿਰਫ ਤੇ ਸਿਰਫ ਇੱਕ ਜੰਪ ਦੀ ਗੱਲ ਕਰਦਾ। ਸਵਾਲਾਂ ਨੇ ਸਾਨੂੰ ਹਮੇਸ਼ਾ ਕਨਫਿਊਜ਼ ਹੀ ਕਰਨਾ ਆ ਕਿ ਇਹ ਸਿਗਨਲ ਜੰਪ ਤੋਂ ਇਲਾਵਾ ਕੋਈ ਟੁੱਟੀ ਸੜਕ ਦੱਸ ਰਿਹਾ ਆ ਜਾਂ ਤੁਸੀਂ ਸੁਰੰਗ ਚ ਐਂਟਰ ਹੋ ਰਹੇ ਹੋ। ਨਹੀਂ, ਇਹ ਸਿਗਨਲ ਸਾਨੂੰ ਸਿਰਫ ਤੇ ਸਿਰਫ ਉਹ ਦੱਸ ਰਿਹਾ ਜੋ ਅਸੀਂ ਇਸ ਉੱਪਰ ਸਿੱਖਦੇ ਹਾਂ, ਜੋ ਅਸੀਂ ਇਸ ਦੀ ਵਿਆਖਿਆ ਨੂੰ ਸਮਝਦੇ ਹਾਂ। ਠੀਕ ਹੈ ਜੀ, ਤਾਂ ਹੀ ਆਪਾਂ ਪਹਿਲਾਂ ਵਿਆਖਿਆ ਸੁਣਦੇ ਹਾਂ ਜੋ ਉਸ ਦੀ ਮੇਨ ਥਿਉਰੀ ਆ। ਅੱਗੇ ਦੇਖਦੇ ਹਾਂ ਆਪਾਂ ਜੋ ਇਸ ਦਾ ਅਗਲਾ ਸਕੇਦਾ ਹੈ। ਇਸ ਦੇ ਅਗਲੇ ਸਕੇ ਦੇ ਉੱਪਰ ਇਹੀ ਸੇਮ ਸਾਈਨ ਆ। ਉੱਪਰ ਅਸੀਂ 13 ਸਵਾਲਾਂ 'ਚ ਇਹ ਸੁਣਿਆ, ਇਹ ਪੜ੍ਹਿਆ ਕਿ ਇਹ ਸਿਗਨਲ ਸਾਨੂੰ ਕਿਸ ਖਤਰੇ ਦੇ ਬਾਰੇ ਦੱਸ ਰਿਹਾ। ਹੁਣ ਅਸੀਂ ਪੜਾਂਗੇ ਕਿ ਇਸ ਖਤਰੇ ਦੀ ਮੌਜੂਦਗੀ 'ਚ ਸਾਨੂੰ ਕਿਹੜੀਆਂ ਮਨਾਹੀਆਂ ਹੁੰਦੀਆਂ। ਅਸੀਂ ਦੋਨੋਂ ਚੀਜ਼ਾਂ ਨੂੰ ਦੇਖਿਆ ਕਿ ਖਤਰਾ ਕਿਆ ਆ ਤੇ ਉਸ ਖਤਰੇ ਤੇ ਸਾਨੂੰ ਕਿਹੜੀਆਂ ਮਨਾਹੀਆਂ।
हाँ जी वीर जी, जो वीर ने थल्ले कमेंट किया आ जी बिल्कुल ਵੀਰੇ, जो ਆਪਾਂ बुक च पढ़ना है ना, ਇਹ ਵੀਰੇ ਆਪਾਂ ਉਹੀ ਸਵਾਲ ਪੜ੍ਹਦੇ ਪਏ ਹਾਂ ਜਿਨ੍ਹਾਂ ਸਵਾਲਾਂ ਦੇ ਵਿੱਚੋਂ ਤੁਹਾਨੂੰ 40 ਕੁਇਜ਼ ਆਣੇ ਆ। ਸਵਾਲ ਨੂੰ ਕੁਇਜ਼ ਕਿਹਾ ਜਾਂਦਾ ਹੈ, ਕੁਇਜ਼ ਟੋਟਲ ਨੇ 7200 ਕੁਝ ਹੈਗੇ ਆ, ਜਿਨ੍ਹਾਂ ਨੂੰ ਚੈਪਟਰਾਂ ਦੇ ਵਿੱਚ ਐਡ ਕੀਤੇ ਗਏ ਨੇ ਵੱਖ-ਵੱਖ ਚੈਪਟਰਾਂ ਦੇ ਹਿਸਾਬ ਨਾਲ। ਹੁਣ ਅਗਰ ਵੀਰੇ ਅਸੀਂ ਕਿਸੇ ਕਿਸੇ ਸਵਾਲ ਨੂੰ ਪੜ੍ਹਦੇ ਪਏ ਹਾਂ ਤੇ ਉਹਦਾ ਸਾਈਨ ਬੋਰਡ ਬਣਿਆ ਹੋਇਆ ਹੈ, ਤੇ ਕੱਲ ਜਦੋਂ ਤੁਹਾਡੇ ਕੋਲ ਉਸ ਨੇ ਆਣਾ ਆ ਤੇ ਉਹਦਾ ਸਾਈਨ ਬੋਰਡ ਨਾਲ ਹੀ ਹੋਏਗਾ, ਤਾਂ ਹੀ ਸਾਨੂੰ ਪਤਾ ਲੱਗੇਗਾ ਸਵਾਲ ਕਿਹਦੀ ਗੱਲ ਕਰਦਾ ਪਿਆ। ਹੁਣ ਇੱਕ ਪਲ ਲਈ ਸੋਚ ਲਓ ਕਿ ਇਹ ਸਾਈਨ ਬੋਰਡ ਹੈਗਾ, ਮੈਨੂੰ ਬੰਦ ਕਰ ਦੇਣਾ। ਹੁਣ ਅਸੀਂ ਇਕੱਲੇ ਸਵਾਲ ਪੜਾਂਗੇ, ਕੀ ਸਾਨੂੰ ਸਮਝ ਆ ਜਾਏਗਾ? Il segnale raffigurato può presegnalare, ਨਹੀਂ ਸਮਝ ਆਣਾ। ਸੋ ਕਹਿਣ ਦਾ ਮਤਲਬ ਆ ਮੇਰਾ ਕਿ ਜਿਹੜਾ ਸਵਾਲ ਸਿਗਨਲ ਦੇ ਨਾਲ ਬਣਿਆ ਹੋਇਆ ਹੈ ਤੇ ਉਹਦਾ ਸਿਗਨਲ ਆਣਾ ਹੀ ਆਣਾ ਆ, ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਸਵਾਲ ਕੀ ਕਹਿ ਰਿਹਾ ਆ ਤੇ ਇਸ ਦਾ ਸਾਈਨ ਕਿਆ ਹੈ। ਔਰ ਜੋ ਅਸੀਂ ਪੜਾਂਗੇ ਉਹੀ ਸਾਨੂੰ ਆਣੇ ਆ, ਬਾਹਰਲਾ ਕੋਈ ਵੀ ਸਿਲੇਬਸ ਨਹੀਂ ਹੁੰਦਾ। ਇਹ ਨਹੀਂ ਕਿ ਜਿੱਦਾਂ ਇੰਡੀਆ 8ਵੀਂ ਦਾ ਪੜ੍ਹਾਈ ਕੀਤੀ ਹੈ ਤੇ ਪੇਪਰ ਦਾ 10ਵੀਂ ਦਾ ਆ ਜਾਂਦਾ, ਨਹੀਂ। ਜੋ ਤੁਸੀਂ ਬੁੱਕ 'ਚ ਪੜ੍ਹਿਆ ਜਾਏਗਾ ਉਹੀ ਉਹਦੇ ਵਿੱਚੋਂ ਹੀ ਸੇਮ ਇਦਾਂ ਹੀ ਤੁਹਾਨੂੰ ਸਵਾਲ ਆਉਣਗੇ। ਠੀਕ ਹੈ ਜੀ, ਬਾਹਰੋਂ ਕੁਝ ਨਹੀਂ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਜਿਸ ਸਾਈਨ ਬੋਰਡ ਤੇ ਜਿੰਨੇ ਸਵਾਲ ਪੜੋਗੇ, ਜਿੰਨੇ ਉਸ ਉੱਪਰ ਬਣੇ ਹੋਏ ਨੇ, ਉਹਦੇ ਵਿੱਚੋਂ ਹੀ ਤੁਹਾਨੂੰ ਸਵਾਲ ਆਉਂਦੇ। ਓਕੇ ਜੀ। ਹੁਣ ਅਗਰ ਅਸੀਂ ਟੁੱਟੀ ਸੜਕ ਤੇ 20 ਸਵਾਲ ਪੜੇ ਨੇ ਤੇ 20 ਹੀ ਨੇ, ਤੇ ਉਹ ਟੁੱਟੇ ਹੋਏ ਸਿਗਨਲ ਦੇ ਉੱਪਰ ਜੋ ਟੁੱਟੀ ਹੋਈ ਸੜਕ ਦਾ ਦੱਸਦਾ, ਉਹਦੇ 20 ਹੀ ਦੇ ਵਿੱਚੋਂ ਕੋਈ ਇੱਕ ਆਏਗਾ ਤੁਹਾਡੇ, ਜਾਂ 2 ਆਣਗੇ, 3 ਆਣਗੇ। ਠੀਕ ਹੈ ਜੀ। ਹੁਣ ਜੰਪ ਆ, ਜੰਪ ਦੇ ਉੱਪਰ ਅਗਰ ਜੇ 20 ਸਵਾਲ ਨੇ ਤੇ ਅਗਰ ਤੁਹਾਨੂੰ ਜੰਪ ਦਾ ਕੋਈ ਸਾਈਨ ਬੋਰਡ ਆਇਆ ਤੇ ਉਹ ਜੰਪ ਦੇ ਸਾਈਨ ਬੋਰਡ ਦੇ ਰਿਲੇਟਡ ਜੋ ਤੁਸੀਂ ਕੁਐਸਚਨ ਪੜੇ ਨੇ ਉਹਨਾਂ ਚੋਂ ਕੋਈ ਇੱਕ ਹੀ ਆਏਗਾ। ਠੀਕ ਹੈ ਜੀ। ਓਕੇ, ਸੋ ਕਰੀਏ ਕੰਟੀਨਿਊ ਅੱਗੇ। ਓਕੇ, ਜਿਹੜੇ ਅਵਤੇਜ ਸੰਧੂ ਵੀਰੇ ਆਪਣੇ ਕੋਲ ਜਿਹੜੇ ਆਪਾਂ ਨੂੰ ਕੁਇਜ਼ ਆਉਂਦੇ ਆ, ਜਿੱਦਾਂ ਸਾਡਾ ਟੈਸਟ ਹੁੰਦਾ ਆ, ਉਸ ਦਿਨ ਸਾਡੇ ਕੋਲ ਟੋਟਲ 40 ਸਵਾਲ ਆਉਂਦੇ ਆ। ਪੜ੍ਹਨੇ ਅਸੀਂ ਸਾਰੀ ਬੁੱਕ ਆ, ਲੇਕਿਨ ਉਸ ਸਾਰੀ ਬੁੱਕ ਚੋਂ ਸਾਡੇ ਕੋਲ 40 ਦਮਾਂਦੇ ਆਉਂਦੇ ਆ। ਉਹਨਾਂ 40 ਦੇ ਵਿੱਚੋਂ ਸਾਨੂੰ 4 ਮਾਫ ਕੀਤੇ ਜਾਂਦੇ ਆ ਕਿ ਤੁਸੀਂ 4 ਗਲਤੀਆਂ ਕਰ ਸਕਦੇ ਹੋ, 4 ਮਾਫ ਨੇ, ਲੇਕਿਨ ਸਾਨੂੰ 36 ਸਹੀ ਕਰਨੇ ਜ਼ਰੂਰੀ ਨੇ, ਤਾਂ ਅਸੀਂ ਥਿਉਰੀ ਪਾਸ ਕਰ ਪਾਵਾਂਗੇ। ਤੇ ਇਹਨਾਂ ਨੂੰ ਕਰਨ ਦਾ ਸਾਨੂੰ ਟੋਟਲ ਪਿੱਛੋਂ ਟਾਈਮ ਦਿੱਤਾ ਜਾਂਦਾ ਆ 30 ਮਿੰਟ। 30 ਮਿੰਟਾਂ ਦੇ ਵਿੱਚ ਸਾਨੂੰ ਇਸ ਚੀਜ਼ ਦਾ ਕਰਨਾ ਹੁੰਦਾ ਹੈ। ਬਾਕੀ ਵੀਰੇ ਹਲੇ ਆਪਣੀ ਸਿਰਫ ਇਹ ਇੱਕ ਸ਼ੁਰੂਆਤ ਆ। ਠੀਕ ਹੈ ਜੀ। ਹਾਂ, ਤੁਸੀਂ ਜਿੱਦਾਂ ਜਿੱਦਾਂ ਅੱਗੇ ਵਧੀ ਜਾਓਗੇ ਤੁਹਾਡੇ ਜੋ ਮਨ ਦੇ ਡਾਊਟ ਨੇ ਆਪਣੇ ਆਪ ਹੀ ਖਤਮ ਹੋਈ ਜਾਣੇ, ਕਿਉਂਕਿ ਤੁਹਾਨੂੰ ਪਤਾ ਲੱਗ ਜਾਣਾ ਕਿ ਹਾਂ ਵੀ ਇਹੀ ਬੁੱਕ ਆ, ਇਹਦੇ ਵਿੱਚੋਂ ਹੀ ਸਾਨੂੰ ਸਵਾਲ ਆਉਣੇ ਆ। ਠੀਕ ਹੈ ਵੀਰੇ। ਬਾਕੀ ਜਦੋਂ ਤੁਸੀਂ ਪੜ੍ਹੋਗੇ ਐਪਲੀਕੇਸ਼ਨ ਦੇ ਉੱਪਰ, ਜਦੋਂ ਤੁਸੀਂ ਸਟੱਡੀ ਕਰੋਗੇ, ਜਿੱਦਾਂ ਹੁਣ ਇਹ ਸਾਈਨ ਬੋਰਡ ਦੇ ਉੱਪਰ ਜਿੰਨੇ ਵੀ ਸਵਾਲ ਹੈਗੇ ਆ ਨਾ, ਜਦੋਂ ਤੁਸੀਂ ਇਹਨਾਂ ਦਾ ਸਵਾਲ ਕਰੋਗੇ ਤੇ ਇਹਦੇ ਤੁਹਾਨੂੰ ਕਰਨ ਲਈ ਐਪਲੀਕੇਸ਼ਨ 'ਚ ਹੀ ਆਪਸ਼ਨ ਮਿਲੇਗਾ, ਜਿੱਦਾਂ ਤੁਸੀਂ ਨਾਲ ਦੇਖ ਰਹੇ ਹੋ ਨਾ ਬਣਿਆ ਹੋਇਆ ਵੀਡੀਓ ਦੇ ਅੱਗੇ ਕੁਇਜ਼ ਬਣਿਆ ਹੋਇਆ। ਉਸ ਕੁਇਜ਼ ਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਸਿਰਫ ਉਸੇ ਹੀ ਇਹਦੇ ਦੇ ਸਵਾਲ ਆਉਣਗੇ। ਠੀਕ ਹੈ ਜੀ। ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਗੇ ਪੜ੍ਹਨਾ। ਪਹਿਲਾ ਸਵਾਲ ਕਹਿ ਰਿਹਾ il segnale raffigurato, ਕਿ ਜੋ ਸਿਗਨਲ ਸਾਨੂੰ ਦਿਖਾਇਆ può presegnalare, presegnalare ਹੁੰਦਾ ਹੈ सिग्नल करना, सानू दसना कि ये साइन सानू दस सकता है दोषी आर्टिफिशियले। दोषी आर्टिफिशियले किसनू कहा गया? दोषी आर्टिफिशियले कहा गया स्पीड ब्रेकर। मैं पढ़न तो पहला तुहानू दसिया सीगा
कि ਇਹ ਸਿਗਨਲ ਸਾਨੂੰ ਇੱਕ ਦੋਸੀ ਆਰਟੀਫਿਸ਼ੀਅਲ ਯਾਨੀ ਕਿ ਇੱਕ ਸਪੀਡ ਬ੍ਰੇਕਰ ਬਾਰੇ ਵੀ ਦੱਸ ਸਕਦਾ ਹੈ। ਲੇਕਿਨ ਜਦੋਂ ਸਪੀਡ ਬ੍ਰੇਕਰ ਆਂਦਾ ਆ ਤੇ ਇਸ ਸਿਗਨਲ ਦੇ ਨੀਚੇ ਇਹ ਫੱਟੀ ਲੱਗੀ ਹੁੰਦੀ ਹੈ, ਤਾਂ ਹੀ ਸਾਨੂੰ ਪਤਾ ਚੱਲਦਾ ਕਿ ਅੱਗੇ ਇੱਕ ਜੰਪ ਹੈ ਜਾਂ ਇੱਕ ਸਪੀਡ ਬ੍ਰੇਕਰ ਹੈ। ਠੀਕ ਹੈ ਜੀ। तो सवाल आ वेरो क्यों, क्योंकि सिग्नल सानू वाकई ही यही दस रहा कि अगे के सिग्नल सानू एक स्पीड ब्रेकर भी दस सकता है। वेरो अगला सवाल 2 नंबर, in presenza del segnale raffigurato, कि इस सिग्नल दी मौजूदगी च वियतातो मनाही है, सुरपासो ओवरटेक त्रातो सालीता चढ़ाई दे ऊपर से ला स्ट्रादा जे सड़क दो पियो सेंसो टूवे है, चिरकोलासियोने ते उस दी आवाजाई दूए सोले कोर्सिए सिर्फ 2 ही ट्रैकां वाली है। कहने इस सिग्नल दी मौजूदगी च चढ़ाई दे ऊपर ओवरटेक करना मना है जे इस रस्ते दी टूवे आवाजाई सिर्फ दूए कोर्सिए 2 ट्रैकां वाली है। यानी कि अगर टूवे कहता है तो टूवे की या दोहरी आवाजाई, तो किन्ने ट्रैक के ने सिर्फ 2। अगर सिर्फ 2 ट्रैक ने पर दोनों साडे लिए तो नहीं हैगे क्योंकि टूवे आ, फिर एक साडे लिए आ यानी कि जान ली और एक दूजी साइड तो आन ली। ते असीं की पढ़िया सीगा कि जद टूवे दे अंदर सिर्फ 2 ही ट्रैक ने तां चढ़ाई दे ऊपर सानू ओवरटेक करना मना ही आ। लेकिन सेम रोड दी उतराई ते तुसी ओवरटेक कर सकते हो। तो की करांगे सवाल नु वेरो, क्योंकि वाकई ही सानू चढ़ाई ते ओवरटेक मना ही है। 3 नंबर, इन प्रेसेंसा सेgnale raffigurato, कि इस सिग्नल दी मौजूदगी च सोनो vietate मना है सोते fermate। सोचते क्या हुंदे आ, गड्डी नू खिलार के चले जाना। फिर माते क्या हुंदे आ, गड्डी नू रोक के किसे नू उतारना या बिठाना। कि सिग्नल दी मौजूदगी च सानू सोचता फिरमाता मनाहिया सिया सुल त्रातो, चाहे वो हिस्सा सलीता चढ़ाई वाला है कि सुक्वेला चाहे वो दिशेजा उतराई वाला है। कि कहते कि सिग्नल की मौजूदगी च चाहे चढ़ाई है चाहे उतराई है, लेकिन सानू सोचता फिरमाता करना मना ही होंदी है। वेरो 4 नंबर, il segnale raffigurato, कि ये साइन है उन segnale, एक सिग्नल है दी पेरिकोलो, कि ये एक खतरे दा सिग्नल है। पेरिकोलो मतलब खतरे का, कि ये एक खतरे दा साइन है। वेरो एक खतरे दा साइन है, लेकिन खतरा किया जंप। ठीक है जी। सवाल आ वेरो। अंदरे क्वेलो दा मतलब होंदा आ ओह। क्वेलो दे वीरे काफी मतलब निकलदे आ। ठीक है जी। हुण इत्थे क्या कि सु क्वेलो, सु ऊपर क्वेलो, कि चाहे वो ऊपर है किदे इन दिशेजा, कि चाहे वो उतराई ते है चाहे वो चढ़ाई ते है, लेकिन सानू सोचता फिरमाता मना सीगा। ओके, सेगुइता जो वीर पुछने सेगुइता कहा जाता है
किसी चीज तो अगे जाके, जो उस तो अगला है। बाकी मैं ਤੁਹਾਨੂੰ हमेशा एक चीज देखी दसांगा, ਜਿਹੜੇ सवाल ਹੁੰਦੇ ਆ ना, इन्हां चों कईयां दी ਜਿਹੜੀ ट्रांसलेट ਹੁੰਦੀ आ, ਉਹ जुड़ी ਹੁੰਦੀ ਆ अगले वर्ड ਨਾਲ। कई बारी पूरा सेंटेंस ਹੁੰਦਾ है, ਉਹ ਤਾਂ कंप्लीट ਹੁੰਦਾ है, लेकिन कल्ले कल्ले वर्ड की जो ट्रांसलेट आ वो भी हुंदी आ, लेकिन कई बारी जो उस वर्ड ना कोई अगला वर्ड जुड़िया होवे तो ट्रांसलेट चेंज हो जाती है, ਉਹਦਾ मतलब अगले वर्ड ਨਾਲ जुड़ जाता है। ठीक है जी। बाकी ਇਹ ਜਿਹੜੀ ਆ ਤੁਹਾਨੂੰ ਐਪਲੀਕੇਸ਼ਨ ਦੇ ਅੰਦਰ ਪ੍ਰੋਪਰ ਵੋਕੈਬੂਲਰੀ ਮਿਲੇਗੀ, ਤੁਸੀਂ ਜਿਹੜਾ ਮਰਜ਼ੀ ਵਰਡ ਸਰਚ ਕਰ ਸਕਦੇ ਹੋ, ਕਲਿੱਕ ਕਰ ਸਕਦੇ ਹੋ, ਤੁਹਾਡੇ ਸਾਹਮਣੇ ਉਸ ਦਾ मीनिंग ਆਏਗਾ। ठीक है जी। बाकी ਜਿਹੜਾ ਵੀ ਵਰਡ ਤੁਹਾਨੂੰ ਕਨਫਿਊਜ਼ ਕਰਦਾ ਆ, ਤੁਸੀਂ ਉਹਨੂੰ ਟਿਕ ਮਾਰ ਕਰ ਲੈਣਾ ਤੇ ਉਹ ਤੁਸੀਂ ਕਲਾਸ ਦੇ ਐਂਡ 'ਚ ਪੁੱਛੋਗੇ ਜ਼ਿਆਦਾ ਬੈਟਰ ਆ, ਕਿਉਂਕਿ ਉਹਦਾ ਰੀਜ਼ਨ ਮੈਂ ਦੱਸ ਦਿੰਨਾ। ਚਲੋ ਆਪਾਂ ਤਾਂ ਹਲੇ ਪਹਿਲੀਆਂ ਦੂਜੀਆਂ ਕਲਾਸਾਂ ਲਾ ਰਹੇ ਹਾਂ ਨਾ, ਜਿੱਦਾਂ ਉਹਦਾ ਰੀਜ਼ਨ ਇਹ ਆ ਕਿ ਜਦੋਂ ਆਪਾਂ ਕੋਈ ਇੱਕ ਪੁੱਛਦੇ ਹਾਂ ਤੇ ਉਹਦੇ ਨਾਲ ਤੁਸੀਂ ਸਾਰੇ ਹੀ ਡਿਸਟਰਬ ਹੋਵੋਗੇ, ਕਿਉਂਕਿ ਤੁਸੀਂ ਜੋ ਪੜ੍ਹ ਰਹੇ ਹੋ ਉਹਦੇ ਤੋਂ ਭਟਕ ਜਾਣਾ, ਜੋ ਟੌਪਿਕ ਚੱਲ ਰਿਹਾ ਉਹਦੇ ਤੋਂ ਹਟ ਜਾਣਾ ਸੀ। हाँ, ਜਦੋਂ ਤੁਸੀਂ ਆਪਣਾ ਨਾ ਕਨਫਰਮ ਕਰ ਦੋਗੇ, ਫਿਰ ਨਾ ਤੁਹਾਨੂੰ ਇੱਕ ਪ੍ਰੋਪਰ ਬੁੱਕ ਭੇਜਾਂਗਾ, ਤੁਹਾਨੂੰ ਪਾਰਸਲ ਕੀਤੀ ਜਾਏਗੀ। ਫਿਰ ਜਦੋਂ ਪੜ੍ਹ ਰਹੇ ਹੋਵਾਂਗੇ ਤੁਸੀਂ ਉਸ ਵਰਡ ਨੂੰ ਤੁਸੀਂ ਪੜ੍ਹਨ ਦੇ ਦੌਰਾਨ ਲਿਖ ਵੀ ਸਕਦੇ ਹੋ, ਐਪਲੀਕੇਸ਼ਨ 'ਚ ਤਾਂ ਤੁਹਾਨੂੰ ਮਿਲਣਾ ਹੀ ਮਿਲਣਾ ਸਭ ਕੁਝ ਆਪੇ ਆਟੋਮੈਟਿਕ, ਲੇਕਿਨ ਤੁਸੀਂ ਬੁੱਕ ਤੇ ਖੁਦ ਲਿਖ ਸਕਦੇ ਹੋ। ਪਰ ਪੜ੍ਹਨ ਦੇ ਦੌਰਾਨ ਜੋ ਵਰਡ ਤੁਹਾਡਾ ਰਹਿ ਜਾ ਕਰੇਗਾ ਜਾਂ ਤੁਸੀਂ ਪੁੱਛਣਾ ਹੋਏਗਾ, ਉਹਨੂੰ ਟਿਕ ਮਾਰ ਕਰ ਲਿਆ ਕਰਨਾ ਹੈ। क्लास के एंड च फिर तुसी पूछ सकते हो, क्योंकि क्लास के एंड च भी सानू 10 मिनट दिते जाएंगे, एक्स्ट्रा टाइम दिता जाएगा, ताकि तुसी पढ़न के दौरान जो चीज़ कन्फ्यूज सीगे वो पूछ सको। हाँ, बाकी मैं नहीं चाहता कि तुसी आपस च डिस्टर्ब होवो, क्योंकि जो आप एक चीज़ नूं पुछण लई रुकदे हाँ, सारा सानू उस चीज़ नूं छड्ड के उधर ही जाना पै जांदा है। हाँ, ਇਹ ਸਾਡਾ ਵਾਅਦਾ ਆ, ਪ੍ਰੋਮਿਸ ਹੈ ਕਿ ਕਲਾਸ ਦੇ ਐਂਡ 'ਚ ਤੁਹਾਨੂੰ ਕੱਲੀ ਕੱਲੀ ਚੀਜ਼ ਦੁਬਾਰਾ ਫਿਰ ਸਮਝਾ ਦਿੱਤੀ ਜਾਏਗੀ, ਜੋ ਵੀ ਤੁਸੀਂ ਪੁੱਛਦੇ ਹੋ। ਠੀਕ ਹੈ ਜੀ। ਬਾਕੀ ਅਸੀਂ ਕੰਟੀਨਿਊ ਕਰਦੇ ਹਾਂ ਅੱਗੇ, ਸਵਾਲ ਨੰਬਰ 5। Il segnale raffigurato che जो सिग्नल ਤੁਸੀਂ देख रहे हो è un segnale, ये एक सिग्नल है di precedenza। precedenza ਦਾ ਮਤਲਬ ਹੁੰਦਾ ਪਹਿਲ, कि जेड़ा सिग्नल असी देख रहे हैं ये एक पहल दी कैटेगरी का सिग्नल है। फालसो जो सिग्नल साडे सामने बनया होया ये एक खतरे का सिग्नल है। प्रेसिडेंसा दा आएगा अगे जाके तीसरे चैप्टर च पढ़ा, वो वख ने। 6 नंबर, इन presenza segnale raffigurato, सिग्नल दी मौजूदगी च पॉसिबले, ओके, इन तो लैके ना raffigurato तक, इन केस तुसी सवाल पढ़ रहे हो, टेस्ट कर रहे हो, क्विज कर रहे हो ना, इन तो लैके raffigurato तक थोड़ा कोई भी वर्ड थोनू चेते नहीं आता, तो तुसी इनू बिना चेते किते भी अगों पढ़ के सवाल नू आंसर दे सकते हो। क्यों? क्योंकि इन्हां 5 लफ्जां च सिर्फ इको ही मतलब है कि इस सिग्नल की मौजूदगी, सिर्फ इन्ना लिखा है। ठीक है जी। कई बार आप ना सोची पै जाते कि प्रेसेंसा मतलब की है, तुहानू याद भी ना होवे तां भी तुसी अगों पढ़ के आंसर दे सकते हो, क्योंकि कई लफ्ज सिर्फ सिग्नल के उपर गल करते हैं कि ये जो सिग्नल है, ये जो सिग्नल दिखाया है। सवाल असल च शुरू होता है raffigurato तो बाद, कि सिग्नल की मौजूदगी यानी कि जिथे जंप है, पॉसिबले मुमकिन, effettuare कर लेना, कि सिग्नल की मौजूदगी च मुमकिन है करना इनवर्सिone di marcia, यानी कि यू टर्न nel tratto discesa, discesa मतलब उतराई, कि सिग्नल की मौजूदगी च यानी कि जंप दे ऊपर जो उतराई है उस ऊपर असी यू टर्न कर सकते हैं, कि अपनी गड्डी नू इस तरीके नाल वापिस लियाण लई यू टर्न कर सकते हैं।
ਫਾਲਤੂ ਯੂ ਟਰਨ ਕਰਨਾ ਸਾਨੂੰ ਸਖਤ ਮਨਾ ਹੈ, ਉਹ ਵੀ ਜੰਪ ਦੇ ਅੰਦਰ। 7 ਨੰਬਰ, in presenza segnale raffigurato। raffigurato कि जो सिग्नल उस दी मौजूदगी च वियतातो मतलब मनाही, इल सुर पासो कि सिग्नल दी मौजूदगी च ओवरटेक करना मना है, तरातो इन discesa उतराई दी ऊपर कि सिग्नल दी मौजूदगी च असी उतराई ते जो आ कि सानू उतराई ते भी ओवरटेक दी मनाही है। की करोगे, वेरो या फालसो कि उतराई ते सानू मनाही सीगी कि सानू जंप दी उतराई ते ओवरटेक करना मना हुंदा है, वेरो या फालसो? फालसो। क्यों? क्योंकि सानू उतराई ते कोई मनाही नहीं है। मनाही किस ऊपर आ? चढ़ाई ते। हाँ, तुसी उतराई ते उस वक्त ओवरटेक ना करो जे सामने तो कोई गड्डी आ रही है, लेकिन कानूना के मुताबिक सानू उतराई ते ओवरटेक मना नहीं होता। 8 नंबर, इन प्रेसेंसा segnale raffigurato सिग्नल दी मौजूदगी च necessario चाहिदा moderare घटाना ला वेलोचिता कि स्पीड घटा लेनी चाहिए इन रिलेशने अनुसार विजिबिलिटा जिन्ना नजर आ रहा है कि सिग्नल की मौजूदगी च जिन्ना नजर आ रहा है उस दे प्रति स्पीड घट कर लेनी चाहिए है। क्यों? ताकि सानू कोई खतरा ना आवे। वेरो। 9 नंबर, il segnale raffigurato, ये जो सिग्नल दिखाया है उन सिग्नाले कि ये एक सिग्नल दी ओब्लिगो, ओब्लिगो हुंदा है जरूरी वाला। जरूरी वाले सिग्नल असी अगे जाके पढ़ने आ, पेरिकोलो तो बाद डिविएटो तो बाद ओब्लिगो। ओब्लिगो दे विच असी ये सिखांगे कि साडे लई रोड उपर किहड़े काम करना जरूरी हुंदे आ, कि किधर जाना जरूरी है किधर नहीं, उन्होंने कहते ने ओब्लिगो, जरूरी। तो जो साइन तुसी पढ़ रहे हो ना, एक खतरे दा आ, एक कोई जरूरी वाला नहीं हैगा, एक कोई मनाही वाला नहीं हैगा, एक कोई डिविएटो यानी कि प्रेसिडेंसा इन्हां दे नहीं हैगे। सवाल नंबर 10, in presenza segnale raffigurato signal di मौजूदगी च vietato मना है इनवर्सिone di marcia यू टर्न कि सिग्नल की मौजूदगी च सानू किस चीज की मनाही है? गड्डी यू टर्न करना मनाही है। वेरो। 11, il segnale raffigurato सिग्नल जो दिखाया vieta मनाही दे रहा है ट्रांसिटो हुंदा है चलना दिल्ली आउटोबुस कि जो बसा ने कि जो सिग्नल आ ए बसा नू चलन ते रोक लगा रहा है कि सिग्नल का मतलब आ कि बस उस रस्ते ते नहीं चल सकती। फालसो। खतरे दा कोई भी सिग्नल आ वो किसी नू चलन दी मनाही नहीं देंदा। खतरे दा सिग्नल सानू खतरे दसदा है, ये नहीं कहता कि साइकिल नहीं चल सकती, गड्डी नहीं चल सकती, बस नहीं चल सकता। खतरा जो खतरे दे साइन ने खास तौर पर याद रखियो, एक किसी नू चलन दे ऊपर रोक नहीं लगाते, ये सगों ये दसदे ने कि जो चल रहे हो उन्होंने अगे आ रहे खतरा दसदे ने, लेकिन चलन दी रोक नहीं लगाते। सो 11 नंबर जो सवाल है की कहता है कि ये सिग्नल वियता यानी कि मनाही लगाता है, रोक लगाता है किस ऊपर?
ਟ੍ਰਾਂਸੀਟੋ ਚੱਲਣ ਉੱਪਰ, ਕਿਸ ਲਈ? ਦਲੀ ਆਊਟੋਬੂਸ, ਕਿ ਬੱਸਾਂ ਨੂੰ ਚੱਲਣ ਦੇ ਲਈ ਰੋਕ ਲਗਾ ਰਹੀ। ਓਕੇ ਜੀ, ਸੋ ਅੱਜ ਅਸੀਂ ਇੱਥੇ ਹੀ ਖਤਮ ਕਰਦੇ ਹਾਂ।